ਜੈ ਮਸੀਹ ਸਾਰੇ ਭੈਣ ਭਰਾਵਾਂ ਨੂੰ ਗॉड ਬlesਸ ਯੂ। ਪਰਮੇਸ਼ਰ ਨੂੰ ਸਭ ਨੂੰ ਬਹੁਤ ਬਰਕਤ ਦੇਵੇ। ਅੱਜ ਦਾ ਦਿਨ ਤੁਹਾਡੇ ਸਾਰਿਆਂ ਦੇ ਵਾਸਤੇ ਮੁਬਾਰਕ ਵਾਲਾ ਦਿਨ ਹੋਵੇ। ਪ੍ਰਭੂ ਨੂੰ ਅੱਜ ਦਾ ਵਚਨ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਨਾ ਹੈਗਾ ਵਚਨ ਯਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ। ਉਹਨਾਂ ਨੇ ਆਖਿਆ ਸੀ ਜਾਓ ਸਾਰੀ ਦੁਨੀਆ ਦੇ ਵਿੱਚ ਜਾਓ ਤੇ ਜਾ ਕੇ ਗੁੱਡ ਨਿਊਜ਼ ਜਿਹੜਾ ਨया ਸਮਾਚਾਰ ਹੈ, ਚੰਗਾ ਸਮਾਚਾਰ ਹੈ ਉਹ ਦੇਵੋ। ਤੇ ਪ੍ਰਭੂ ਯਿਸੂ ਮਸੀਹ ਨੇ ਸਿਰਫ ਆਹੀ ਨਹੀਂ ਕਿਹਾ ਸੀ ਵੀ ਜਾ ਕੇ ਉਹਨਾਂ ਨੂੰ ਖੁਸ਼ਖਬਰੀ ਦਾ ਸੁਨੇਹਾ ਸੁਣਾਵੋ, ਨਹੀਂ। ਪ੍ਰਭੂ ਨੇ ਆਖਿਆ ਸੀ ਤੇ ਜਾਓ ਜਾ ਕੇ ਖੁਸ਼ਖਬਰੀ ਦਾ ਸੁਨੇਹਾ ਦੇਵੋ, ਉਹਨਾਂ ਦੇ ਨਾਲ ਸ਼ੇਅਰ ਕਰੋ ਤੇ ਉਹਨਾਂ ਨੂੰ ਚੇਲੇ ਬਣਾਵੋ, ਉਹਨਾਂ ਨੂੰ ਮੇਰੇ ਚੇਲੇ ਬਣਾਵੋ। ਜਾਣੀ ਕਿ ਹਰ ਉਹ ਇਨਸਾਨ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀ ਦਾਤਾ ਸਵੀਕਾਰ ਕਰ ਲੈਂਦਾ ਆ, ਉਹ ਤੋਂ ਬਾਅਦ ਵਿੱਚ ਜਿਹੜਾ ਸੱਦਾ ਉਸ ਪਰਮਾਤਮਾ ਦਾ ਉਹਦੇ ਉੱਤੇ ਹੈ ਉਹ ਇਹ ਹੈ ਕਿ ਜਾ ਕੇ ਦੂਜਿਆਂ ਨੂੰ ਖੁਸ਼ਖਬਰੀ ਦਾ ਸੁਨੇਹਾ ਦੇਵੇ ਤੇ ਉਹਨਾਂ ਨੂੰ ਚੇਲੇ ਬਣਾਵੇ। ਜਾਣੀ ਕਿ ਆਪਾਂ ਸਾਰਿਆਂ ਨੇ, ਜਿਨ੍ਹਾਂ ਨੇ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵਿਸ਼ਵਾਸ ਕਰ ਲਿਆ, ਹੁਣ ਅਗਲਾ ਸਟੈਪ ਜਿਹੜਾ ਆਪਣਾ ਹੈ ਉਹ ਇਹ ਆ ਕਿ ਆਪਾਂ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਦੂਜਿਆਂ ਤੱਕ ਖੁਸ਼ਖਬਰੀ ਦਾ ਸੁਨੇਹਾ ਪਹੁੰਚਾ ਸਕੀਏ। ਵੱਖਰੇ ਵੱਖਰੇ ਢੰਗਾਂ ਦੇ ਨਾਲ, ਵੱਖਰੇ ਵੱਖਰੇ ਸਮੇਂ ਦੇ ਵਿੱਚ ਦੂਜਿਆਂ ਤੱਕ ਪਰਮੇਸ਼ਵਰ ਦਾ ਸੁਨੇਹਾ ਪਹੁੰਚਾ ਸਕੀਏ। ਲੇਕਿਨ ਪ੍ਰਭੂ ਦਾ ਵਚਨ ਸਿਰਫ ਆਹੀ ਨਹੀਂ ਕਹਿੰਦਾ ਕਿ ਦੂਜਿਆਂ ਤੱਕ ਤੁਸੀਂ ਖੁਸ਼ਖਬਰੀ ਪਹੁੰਚਾ ਦਿਓ ਤੇ ਚਲੋ ਕੰਮ ਹੋ ਗਿਆ। ਪ੍ਰਭੂ ਦਾ ਵਚਨ ਕਹਿੰਦਾ ਆ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਬਾਰੇ ਸਿਖਾਵੋ, ਜਾਣੀ ਕਿ ਉਹਨਾਂ ਨੂੰ ਡਿਸਾਈਪਲਸ ਬਣਾਵੋ, ਉਹਨਾਂ ਨੂੰ ਚੇਲੇ ਬਣਾਵੋ, ਉਹਨਾਂ ਨੂੰ ਦੱਸੋ ਜੋ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਹੈ। ਹੁਣ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਜਦੋਂ ਕੋਈ ਇਨਸਾਨ ਦੂਜਿਆਂ ਨੂੰ ਪਰਮੇਸ਼ਰ ਦਾ ਵਚਨ ਦੱਸਣਾ ਸ਼ੁਰੂ ਕਰ ਦਿੰਦਾ ਆ, ਜਾਣੀ ਕਿ ਦੂਜਿਆਂ ਨੂੰ ਲੀਡ ਕਰਨ ਲੱਗ ਜਾਂਦਾ ਆ, ਦੂਸਰਿਆਂ ਨੂੰ ਪਰਮੇਸ਼ਰ ਦੇ ਵਿੱਚ ਕਿੱਦਾਂ ਚੱਲਣਾ ਹੈ ਸਿੱਖਿਆ ਦੇਣ ਲੱਗ ਜਾਂਦਾ ਆ, ਉਦੋਂ ਉਸ ਇਨਸਾਨ ਦੇ ਵਿੱਚ ਲੀਡਿੰਗ ਦੇ ਸਾਰੇ ਗੁਣ ਉਤਰ ਜਾਂਦੇ ਨੇ ਤੇ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਪਰਮੇਸ਼ਰ ਦੀ ਹਜ਼ੂਰੀ, ਪਰਮ ਆਤਮਾ, ਪਰਮੇਸ਼ਰ ਦਾ ਮਸਾ, ਪਰਮੇਸ਼ਰ ਦੀ ਅਥਾਰਟੀ ਮਾਈਟਲੀ ਕੰਮ ਕਰਨ ਲੱਗ ਜਾਂਦੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਹੁਣ ਆਪਾਂ ਆਪਣੇ ਆਪ ਨੂੰ ਤਿਆਰ ਕਰਾਂਗੇ ਤਾਂ ਕਿ ਦੂਜਿਆਂ ਤੱਕ ਪ੍ਰਭੂ ਦਾ ਵਚਨ ਪਹੁੰਚਾ ਸਕੀਏ ਤੇ ਦੂਜਿਆਂ ਨੂੰ ਪਰਮੇਸ਼ਰ ਦੇ ਬਾਰੇ ਸਿੱਖਿਆ ਦੇ ਸਕੀਏ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਉਂ-ਜਿਉਂ ਤੁਸੀਂ ਦੂਜਿਆਂ ਤੱਕ ਪਰਮੇਸ਼ਰ ਦੀ ਸਿੱਖਿਆ ਪਹੁੰਚਾਉਂਦੇ ਹੋ, ਆਟੋਮੈਟਿਕਲੀ ਦੂਜੇ ਜਿਹੜੇ ਨੇ ਉਹ ਪ੍ਰਭੂ ਦੇ ਚੇਲੇ ਬਣਦੇ ਜਾ ਰਹੇ ਨੇ। ਤੁਹਾਡੀ ਜ਼ਿੰਦਗੀ ਥਾਈਂਦੀ ਉਹ ਹਜ਼ੂਰੀ, ਉਹ ਮਸਾ, ਉਹ ਅਥਾਰਟੀ, ਉਹ ਬਰਕਤ ਫਲੋ ਹੋਣੀ ਸ਼ੁਰੂ ਹੋ ਜਾਏਗੀ ਜਿਹੜੀ ਕਿਸੇ ਵੀ ਲੀਡਰ ਦੀ ਜ਼ਿੰਦਗੀ ਥਾਈਂਦੀ ਫਲੋ ਹੁੰਦੀ ਆ, ਜਾਂ ਕਿਸੇ ਵੀ ਪਰਮੇਸ਼ਰ ਦੇ ਸੇਵਕ ਥਾਈਂਦੀ ਫਲੋ ਹੁੰਦੀ ਆ। ਜਾਣੀ ਕਿ ਜਿਉਂ-ਜਿਉਂ ਤੁਸੀਂ ਦੂਜਿਆਂ ਨੂੰ ਪਰਮੇਸ਼ਰ ਦਾ ਵਚਨ ਸਿਖਾਉਣਾ ਸ਼ੁਰੂ ਕਰੋਗੇ, ਪਰਮੇਸ਼ਰ ਦੇ ਵਚਨ ਦੇ ਬਾਰੇ ਦੱਸਣਾ ਸ਼ੁਰੂ ਕਰੋਗੇ, ਤੁਸੀਂ ਵੀ ਪਰਮੇਸ਼ਰ ਦੇ ਸੇਵਕ ਹੋਣ ਦੀ ਬਰਕਤ ਪ੍ਰਾਪਤ ਕਰ ਲਓਗੇ। ਪਰਮੇਸ਼ਰ ਦੇ ਸੇਵਕਾਂ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੇ ਦੂਜਿਆਂ ਨੂੰ ਚੇਲੇ ਬਣਾ ਰਹੇ ਨੇ, ਜਾਂ ਦੂਜਿਆਂ ਨੂੰ ਲੀਡ ਕਰ ਰਹੇ ਨੇ, ਜਾਂ ਦੂਜਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਦੱਸ ਰਹੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਐਸੇ ਗੁਣ ਹੁੰਦੇ ਨੇ, ਐਸੀ ਅਨੋਇੰਟਿੰਗ, ਐਸੀ ਬਰਕਤ ਉਤਰਦੀ ਆ ਜਿਹੜੀ ਪ੍ਰਭੂ ਦੇ ਪਰੋਂ ਪਰਮੇਸ਼ਰ ਦਾ ਨਾਮ ਤਾਂ ਉੱਚਾ ਕਰਦੀ ਆ, ਬਲਕਿ ਉਹਨਾਂ ਦੀ ਜ਼ਿੰਦਗੀ 'ਚ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਉਹ ਵੀ ਪੂਰਾ ਹੋ ਜਾਂਦਾ ਹੈ ਤੇ ਜਿਹਦੇ ਪਿੱਛੇ ਹਰ ਤਰ੍ਹਾਂ ਦੀਆਂ ਬਰਕਤਾਂ ਛੁਪੀਆਂ ਹੋਈਆਂ ਨੇ। ਆਓ ਅੱਜ ਆਪਾਂ ਦੇਖਾਂਗੇ, ਜੇ ਤੁਸੀਂ ਕਿਸੇ ਨੂੰ ਪ੍ਰਭੂ ਦੇ ਬਾਰੇ ਦੱਸ ਰਹੇ ਹੋ, ਜੇ ਤੁਸੀਂ ਕਿਸੇ ਨੂੰ ਚੇਲੇ ਬਣਾ ਰਹੇ ਹੋ, ਤੁਸੀਂ ਸੇਵਕਾਈ ਦੇ ਵਿੱਚ ਪਰਮੇਸ਼ਰ ਦਾ ਨਾਮ ਉੱਚਾ ਕਰ ਰਹੇ ਹੋ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਬਰਕਤਾਂ ਆਉਣਗੀਆਂ ਜਿਹੜੀਆਂ ਪਰਮੇਸ਼ਰ ਦੇ ਸੇਵਕਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ। ਆਓ ਦੇਖਾਂਗੇ ਸਭ ਤੋਂ ਪਹਿਲਾਂ
ਫਸਟ ਟਿਮੋਥੀ ਚੈਪਟਰ 4 ਵਰਸ 12 ਦੇ ਵਿੱਚ ਜਾਵਾਂਗੇ। ਪਹਿਲਾ ਤਿਮੋਥੀ ਉਹਦਾ ਚੌਥਾ ਚੈਪਟਰ ਤੇ 12ਵਾਂ ਵਰਸ ਆਪਾਂ ਦੇਖਾਂਗੇ। ਆਓ ਦੇਖੀਏ ਧਿਆਨ ਦੇ ਨਾਲ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ। ਜੀ ਹਾਂ, ਤੂੰ ਆਪਣੀ ਜਵਾਨੀ ਕਾਰਨ ਕਿਸੇ ਨੂੰ ਆਪਣੀ ਨਿੰਦਾ ਕਰਨ ਦਾ ਮੌਕਾ ਨਾ ਦੇ, ਸਗੋਂ ਤੂੰ ਵਿਸ਼ਵਾਸੀਆਂ ਦੇ ਲਈ ਨਮੂਨਾ ਬਣ। ਆਪਣੇ ਬੋਲਚਾਲ ਦੁਆਰਾ, ਵਰਤਾਵ ਦੁਆਰਾ, ਪਿਆਰ ਦੁਆਰਾ, ਭਰੋਸੇਯੋਗ ਹੋਣ ਦੁਆਰਾ ਅਤੇ ਪਵਿੱਤਰਤਾ ਦੁਆਰਾ ਤਿਆਰ ਹੋ ਜਾਵੋ, ਕਿਉਂਕਿ ਜਿਉਂ-ਜਿਉਂ ਤੁਸੀਂ ਦੂਜਿਆਂ ਨੂੰ ਪਰਮੇਸ਼ਰ ਦਾ ਵਚਨ ਦੱਸਣ ਲੱਗੇ, ਦੂਸਰਿਆਂ ਨੂੰ ਪਰਮੇਸ਼ਰ ਦਾ ਵਚਨ ਸਿਖਾਉਣ ਲੱਗੇ, ਦੂਸਰਿਆਂ ਨੂੰ ਤੁਸੀਂ ਪਰਮੇਸ਼ਰ ਦੇ ਵੱਲ ਨੂੰ ਖਿੱਚਣ ਲੱਗੇ, ਜਿਉਂ-ਜਿਉਂ ਤੁਸੀਂ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਕਦਮ ਵੱਧ ਰਹੇ ਹੋ, ਤਿਉਂ-ਤਿਉਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਵਿੱਤਰ ਆਤਮਾ ਨੇ ਐਸੀਆਂ ਚੀਜ਼ਾਂ ਪਾ ਦੇਣੀਆਂ ਨੇ, ਭਰ ਦੇਣੀਆਂ ਨੇ ਕਿ ਤੁਸੀਂ ਇੱਕ ਨਮੂਨਾ ਬਣ ਜਾਓਗੇ, ਜਿਹਦੇ ਵਿੱਚੋਂ ਦੀ ਪਰਮੇਸ਼ਰ ਦਾ ਚਿਹਰਾ ਨਜ਼ਰ ਆਇਆ ਕਰੇਗਾ। ਨਮੂਨਾ ਬਣਨ ਦੇ ਵਿੱਚ ਦੇਖੋ ਕਿਹੜੇ ਗੁਣ ਨੇ। ਦੇਖੋ ਇੱਥੇ ਆਪਾਂ ਨੂੰ 4 ਚੀਜ਼ਾਂ ਨਜ਼ਰ ਆਉਂਦੀਆਂ ਨੇ। ਕਿਹੜੀਆਂ ਚੀਜ਼ਾਂ 'ਚ ਨਮੂਨਾ ਬਣਨਾ ਆ? ਪਹਿਲਾਂ ਕਹਿੰਦਾ ਆ, ਆਪਾਂ ਪੜਾਂਗੇ ਲਾਸਟ ਪੋਰਸ਼ਨ ਇੱਕ ਵਾਰ ਫੇਰ ਇਸ ਵਰਸ ਦਾ ਪੰਜਾਬੀ ਦੇ ਵਿੱਚ। ਆਓ ਦੇਖੀਏ। ਵਿਸ਼ਵਾਸੀਆਂ ਦੇ ਲਈ ਨਮੂਨਾ ਬਣ, ਆਪਣੇ ਬੋਲਚਾਲ ਦੁਆਰਾ, ਵਰਤਾਓ ਦੁਆਰਾ, ਪਿਆਰ ਦੁਆਰਾ, ਭਰੋਸੇਯੋਗ ਹੋਣ ਦੁਆਰਾ ਅਤੇ ਪਵਿੱਤਰਤਾ ਦੁਆਰਾ। 5 ਚੀਜ਼ਾਂ ਨਜ਼ਰ ਆ ਰਹੀਆਂ ਨੇ ਭਰਾਵਾਂ ਤੇ ਭੈਣੋ। ਪਹਿਲੇ ਨੰਬਰ ਤੇ ਆਪਣੇ ਬੋਲਣ ਦੇ ਵਿੱਚ ਨਮੂਨਾ ਬਣ। ਲਾਈਕ ਬੋਲਣ ਦਾ ਢੰਗ ਤੇਰਾ ਇੰਨਾ ਮਿੱਠਾ ਹੋਵੇ, ਇੰਨੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹੋਵੇ ਤੇ ਲੋਕ ਜਿੱਦਾਂ ਕਹਿੰਦੇ ਨੇ ਤੁਹਾਡੇ ਮੂੰਹ ਦੇ ਵਿੱਚੋਂ ਫੁੱਲ ਹੀ ਡਿੱਗਦੇ ਪਏ ਹੋਣ। ਲੋਕ ਤੁਹਾਡੇ ਬੋਲਣ ਦੇ ਤਰੀਕੇ ਦੇ ਨਾਲ ਹੀ ਕਹਿਣਗੇ, ਵਾਹ, ਇਹ ਤਾਂ ਵਾਕਈ ਪਰਮੇਸ਼ਰ ਦਾ ਸੇਵਕ ਆ, ਇਹ ਤਾਂ ਵਾਕਈ ਪਰਮੇਸ਼ਰ ਦਾ ਵਚਨ ਪ੍ਰਚਾਰ ਕਰਦਾ ਆ, ਇਹ ਕੀ ਨਮੂਨਾ ਹੈ, ਜ਼ਬਰਦਸਤ ਹੈ। ਦੂਸਰੇ ਨੰਬਰ ਤੇ ਲਿਖਿਆ ਹੈ ਕਿ ਤੁਹਾਡੇ ਚਾਲ ਚੱਲਣ ਦੇ ਨਾਲ, ਤੁਹਾਡਾ ਤੁਰਨਾ ਫਿਰਨਾ, ਤੁਹਾਡਾ ਚਾਲ ਚੱਲਣ ਜਿਹੜਾ ਆ, ਤੁਹਾਡਾ ਰਵੱਈਆ ਜਿਹੜਾ ਆ, ਉਹ ਪਰਮੇਸ਼ਰ ਵਰਗਾ ਹੋਵੇ, ਪ੍ਰਭੂ ਯਿਸੂ ਮਸੀਹ ਜੀ ਵਰਗਾ ਹੋਵੇ। ਤੀਸਰੇ ਨੰਬਰ ਤੇ ਪਿਆਰ ਦੇ ਵਿੱਚ, ਤੁਸੀਂ ਪਿਆਰ ਦੇ ਵਿੱਚ ਹੀ ਸੁਣਨਾ ਵੀ ਤੁਹਾਡਾ ਪਿਆਰ ਵਿੱਚ ਹੋਵੇ, ਬੋਲਣਾ ਵੀ ਤੁਹਾਡਾ ਪਿਆਰ ਵਿੱਚ ਹੋਵੇ, ਕਿਸੇ ਨੂੰ ਜਵਾਬ ਦੇਣਾ ਵੀ ਤੁਹਾਡਾ ਪਿਆਰ ਵਿੱਚ ਹੋਵੇ। ਜੋ ਕੁਝ ਵੀ ਕਰੋ ਤੁਸੀਂ ਪਿਆਰ ਵਿੱਚ ਕਰੋ। ਚੌਥੇ ਨੰਬਰ ਤੇ ਵਿਸ਼ਵਾਸ ਦੇ ਵਿੱਚ, ਜਾਣੀ ਕਿ ਜਦੋਂ ਕੋਈ ਮੁਸ਼ਕਲ ਆਏ, ਹਾਏ ਹੁਣ ਕੀ ਕਰਾਂਗੇ, ਹਾਏ ਮਰ ਗਏ ਵੇ, ਮਾਰਤੇ ਵੇ, ਨਹੀਂ। ਜਦੋਂ ਕੋਈ ਪ੍ਰੋਬਲਮ ਆਵੇ ਫਿਕਰ ਨਾ ਕਰੋ, ਪ੍ਰਭੂ ਆਪਣੇ ਨਾਲ ਆ, ਉਹ ਆਪੇ ਕੋਈ ਨਾ ਕੋਈ ਹੱਲ ਕੱਢੇਗਾ, ਕੋਈ ਨਾ ਕੋਈ ਤਰੀਕਾ ਕੱਢੇਗਾ। ਜਾਣੀ ਕਿ ਫੇਥ, ਈਮਾਨ ਦੇ ਵਿੱਚ ਤੁਸੀਂ ਮਜ਼ਬੂਤ ਹੋਵੋ। ਕੋਈ ਮੁਸ਼ਕਲ ਆ ਜਾਏ, ਕੋਈ ਸਿਚੁਏਸ਼ਨ ਆ ਜਾਏ, ਕੋਈ ਪ੍ਰੋਬਲਮ ਆ ਜਾਏ, ਕੋਈ ਡਿਫਿਕਲਟੀ ਆ ਜਾਏ, ਤੁਸੀਂ ਈਮਾਨ ਦੇ ਵਿੱਚ ਕਰੋ, ਫਿਕਰ ਨਾ ਕਰੋ, ਪਰਮੇਸ਼ਰ ਆਪਣੇ ਨਾਲ ਆ ਤੇ ਪਰਮੇਸ਼ਰ ਹੀ ਸੋਲੂਸ਼ਨ ਦੇਵੇਗਾ। ਇੱਥੋਂ ਪਤਾ ਲੱਗਦਾ ਕਿ ਤੁਸੀਂ ਵਾਕਈ ਪਰਮੇਸ਼ਰ ਦੇ ਸੇਵਕ ਹੋ, ਵਾਕਈ ਤੁਸੀਂ ਦੂਜਿਆਂ ਤੱਕ ਪਰਮੇਸ਼ਰ ਦਾ ਵਚਨ ਪਹੁੰਚਾ ਰਹੇ ਹੋ ਤੇ ਤੁਸੀਂ ਦੂਜਿਆਂ ਨੂੰ ਚੇਲੇ ਬਣਾ ਰਹੇ ਹੋ। ਪਰਮੇਸ਼ਰ ਤੁਹਾਡੇ ਵਿੱਚ ਐਸਾ ਕੰਮ ਕਰ ਦੇਗਾ ਤਾਂ ਕਿ ਤੁਸੀਂ ਪ੍ਰਭੂ ਦਾ ਨਮੂਨਾ ਬਣ ਜਾਵੋ, ਇੱਕ ਐਸਾ ਨਮੂਨਾ ਬਣ ਜਾਓ, ਲੋਕ ਕਹਿਣਗੇ ਵੀ ਇਹ ਵਾਕਈ ਪਰਮੇਸ਼ਰ ਦਾ ਸੇਵਕ ਆ, ਇਹ ਵਾਕਈ ਪਰਮੇਸ਼ਰ ਦੀ ਸੇਵਕ ਆ। 5ਵੇਂ ਨੰਬਰ ਤੇ ਪਿਓਰਿਟੀ ਦੇ ਵਿੱਚ, ਪਵਿੱਤਰਤਾ ਦੇ ਵਿੱਚ। ਇਕੱਲੇ ਸਿਰਫ ਸੋਹਣੇ ਕੱਪੜੇ ਪਾਣੇ, ਸਾਫ਼ ਕੱਪੜੇ ਪਾਣੇ, ਧੋਤੇ ਹੋਏ ਕੱਪੜੇ ਪਾਣੇ, ਜਾਂ ਆਪਣੇ ਆਪ ਨੂੰ ਤੁਸੀਂ ਸਾਫ਼ ਸੁਥਰਾ ਰੱਖਣਾ ਸਿਰਫ ਫਿਜ਼ੀਕਲੀ ਤੌਰ ਤੇ ਇਹੀ ਨਹੀਂ, ਬਲਕਿ ਤੁਹਾਡੀਆਂ ਸੋਚਾਂ ਦੇ ਵਿੱਚ ਵੀ ਪਵਿੱਤਰ ਹੈ, ਤੁਹਾਡੇ ਖਿਆਲ ਵੀ ਪਵਿੱਤਰ ਹੈ, ਤੁਹਾਡਾ ਬੋਲਣ ਦਾ ਤਰੀਕਾ ਵੀ ਪਵਿੱਤਰ ਹੈ। ਸੋ ਐਸਾ ਨਮੂਨਾ ਬਣ। ਸੋ ਜਿਉਂ ਕੋਈ ਵੀ ਇਨਸਾਨ ਦੂਸਰਿਆਂ ਨੂੰ ਚੇਲੇ ਬਣਾਉਂਦਾ ਆ, ਉਹ ਦੂਸਰਿਆਂ ਨੂੰ ਲੀਡ ਕਰ ਰਿਹਾ ਆ, ਉਹ ਦੂਸਰਿਆਂ ਨੂੰ ਪ੍ਰਭੂ ਦੇ ਵੱਲ ਨੂੰ ਖਿੱਚ ਰਿਹਾ ਆ, ਉਹਦੀ ਜ਼ਿੰਦਗੀ ਦੇ ਵਿੱਚ ਇਹ ਸਾਰੇ ਗੁਣ ਪਵਿੱਤਰ ਆਤਮਾ ਆਟੋਮੈਟਿਕਲੀ ਪਾਣ ਲੱਗ ਜਾਵੇਗਾ। ਕਿਸੇ ਨੇ ਆਖਿਆ ਆ ਕਿ ਸਿੱਖਣ ਦੇ ਨਾਲੋਂ ਸਿਖਾਣਾ ਬੜਾ ਫਾਇਦੇਮੰਦ ਆ, ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਸਿਖਾਣਾ ਸ਼ੁਰੂ ਕਰਦੇ ਹੋ ਨਾ, ਸਿਖਾਉਣਾ ਸ਼ੁਰੂ ਕਰਦੇ ਹੋ, ਤੁਸੀਂ ਉਹਨੂੰ ਸਮਝਣ ਲੱਗ ਜਾਓਗੇ, ਤੁਸੀਂ ਸਿੱਖ ਲਓਗੇ। ਜਦੋਂ ਸਿਖਾਣਾ ਸ਼ੁਰੂ ਕਰਦੇ ਹੋ ਤੁਸੀਂ ਸਿੱਖਣਾ ਸ਼ੁਰੂ ਕਰ ਦਿਓਗੇ। ਜਿਹੜੀ ਚੀਜ਼ ਵੀ ਤੁਸੀਂ ਸਿਖਾਤੀ ਨਾ ਕਿਸੇ ਨੇ ਇੱਕ ਵਾਰ, ਉਹ ਤੁਸੀਂ ਸਿੱਖ ਲਈ, ਤੁਸੀਂ ਕਦੇ ਭੁੱਲਦੇ ਨਹੀਂਗੇ। ਸੋ ਸਿੱਖਣ ਦੇ ਨਾਲੋਂ ਸਿਖਾਉਣ ਵਾਲਾ ਬਰਕਤ ਜ਼ਿਆਦਾ ਲੈ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਜਿਹੜਾ ਬੀਜਦਾ ਆ ਉਹ ਜ਼ਿਆਦਾ ਬਰਕਤ ਲੈ ਜਾਂਦਾ ਖਾਣ ਵਾਲੇ ਦੇ ਨਾਲ। ਤਾਂ ਹੀ ਭਰਾਵਾਂ ਦੇ ਭੈਣੋ, ਜਦੋਂ ਵਚਨ ਆਪਾਂ ਦੂਜਿਆਂ ਤੱਕ ਪਹੁੰਚਾਉਂਦੇ ਆ, ਟੈਸਟਮਨੀ ਦੂਜਿਆਂ ਨਾਲ ਸ਼ੇਅਰ ਕਰਦੇ ਆ, ਉਦੋਂ ਆਪਾਂ ਜ਼ਿਆਦਾ ਸਿੱਖਦੇ ਹਾਂ। ਜਦੋਂ ਆਪਾਂ ਗਵਾਹੀ ਦਿੰਦੇ ਆ, ਆਪਾਂ ਜ਼ਿਆਦਾ ਸਿੱਖਦੇ ਹਾਂ। ਜਦੋਂ ਦੂਸਰਿਆਂ ਨਾਲ ਵਚਨ ਸ਼ੇਅਰ ਕਰਦੇ ਆ, ਪ੍ਰਭੂ ਯਿਸੂ ਦਾ ਵਚਨ ਸ਼ੇਅਰ ਕਰਦੇ ਆ, ਆਪਾਂ ਜ਼ਿਆਦਾ ਸਿੱਖਦੇ ਹਾਂ।
ਸੋ ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ, ਸਾਰੇ ਚੇਲਿਆਂ ਨੂੰ ਪ੍ਰਭੂ ਨੇ ਕਿਹਾ ਸੀ ਵੀ ਜਾਓ, ਸਾਰੀ ਦੁਨੀਆ ਵਿੱਚ ਜਾਓ ਤੇ ਜਾ ਕੇ ਸਭ ਨੂੰ ਖੁਸ਼ਖਬਰੀ ਦਾ ਸੁਨੇਹਾ ਦਿਓ ਤੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਨੇ ਇਹਨੂੰ ਪਾਲਣਾ ਕਰਨਾ ਸਿੱਖ ਸਕਣ, ਉਹਨਾਂ ਨੂੰ ਸਿਖਾਵੋ ਤੇ ਨਾਲੇ ਉਹਨਾਂ ਨੂੰ ਚੇਲੇ ਬਣਾਓ। ਸੋ ਜਾਣੀ ਕਿ ਤੁਸੀਂ ਪਰਮੇਸ਼ਰ ਦੀ ਸੇਵਕਾਈ ਵਿੱਚ ਪਹਿਲਾ ਕਦਮ ਰੱਖ ਲਿਆ, ਆਟੋਮੈਟਿਕਲੀ ਤੁਹਾਡੇ ਵਿੱਚ ਪਵਿੱਤਰ ਆਤਮਾ ਹੀ ਗੁਣ ਪਾ ਦੇਗਾ, ਜਿਹੜੇ ਆਪਾਂ ਦੇਖੇ ਹੈਗੇ ਨੇ ਇਸ ਵਚਨ ਦੇ ਵਿੱਚ। ਮੈਂ ਅਗਲਾ ਵਚਨ ਜਾਵਾਂਗੇ ਆਪਾਂ ਪ੍ਰਭੂ ਤੇ ਪੜ੍ਹੋ, ਆਓ ਦੇਖਾਂਗੇ ਫਿਲਿੱਪੀਆਂ ਦਾ 2 ਚੈਪਟਰ ਤੇ ਉਹਦਾ 3 ਤੇ 4 ਵਰਸ ਪੜਾਂਗੇ ਪੰਜਾਬੀ ਦੇ ਵਿੱਚ। ਫਿਲਿੱਪੀਅਨਸ ਚੈਪਟਰ 2 ਵਰਸ 3 and 4। ਜੀ ਹਾਂ, ਆਪਣੀ ਹੀ ਭਲਾਈ ਬਾਰੇ ਸੋਚਣ ਅਤੇ ਝੂਠੀ ਵਡਿਆਈ ਤੋਂ ਦੂਰ ਰਹੋ, ਸਗੋਂ ਤੁਸੀਂ ਇੰਨੇ ਨਰਮ ਬਣੋ ਕਿ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝ ਸਕੋ। ਤੁਸੀਂ ਕੇਵਲ ਆਪਣਾ ਹੀ ਭਲਾ ਨਾ ਤੱਕੋ, ਸਗੋਂ ਦੂਜਿਆਂ ਦਾ ਵੀ ਧਿਆਨ ਰੱਖੋ। ਵਾਓ, ਜ਼ਬਰਦਸਤ। ਜਦੋਂ ਤੁਸੀਂ ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੇ ਹੋ, ਤੁਸੀਂ ਆਪਣਾ ਫਾਇਦਾ ਨਹੀਂ ਦੇਖੋਗੇ, ਤੁਸੀਂ ਸਭ ਦਾ ਫਾਇਦਾ ਦੇਖੋਗੇ। ਗੱਲਾਂ ਆਪਣਾ ਫਾਇਦਾ ਨਹੀਂ ਦੇਖੋਗੇ। ਉਹ ਬਾਹਰਲੇ ਲੋਕ ਆਪਣਾ ਫਾਇਦਾ ਦੇਖਦੇ ਨੇ, ਉਹ ਆਪਣੀਆਂ ਜੇਬਾਂ ਭਰਨ ਦੇ ਵਿੱਚ ਲੱਗੇ ਹੋਏ ਨੇ, ਲੇਕਿਨ ਜਦੋਂ ਤੁਸੀਂ ਪ੍ਰਭੂ ਦੀ ਸੇਵਾ 'ਚ ਲੱਗ ਜਾਂਦੇ ਹੋ, ਤੁਸੀਂ ਆਪਣਾ ਫਾਇਦਾ ਨਹੀਂ ਦੇਖਦੇ। ਤੁਸੀਂ ਦੇਖਦੇ ਹੋ ਵੀ ਸਾਰੇ ਦੂਜੇ ਜਿਹੜੇ ਨੇ ਉਹ ਪ੍ਰਭੂ ਦਾ ਫਾਇਦਾ ਕਿੱਦਾਂ ਪ੍ਰਾਪਤ ਕਰ ਲੈਣ। ਹੋਰ ਲਿਖਿਆ ਆ ਕਿ ਤੁਸੀਂ ਹਲੀਮ ਰਹੋ, ਆਪਣੇ ਆਪ ਨੂੰ ਨਰਮ ਰੱਖੋ। ਪੜਾਂਗੇ ਤਾਂ ਦੂਜੀ ਲਾਈਨ ਇੱਕ ਵਾਰ ਫਿਰ ਪੰਜਾਬੀ ਦੇ ਵਿੱਚ ਕੀ ਲਿਖਿਆ ਹੈ, ਵਰਸ 3 ਦੀ 2 ਲਾਈਨ। ਜੀ ਹਾਂ, ਸਗੋਂ ਤੁਸੀਂ ਇੰਨੇ ਨਰਮ ਬਣੋ ਕਿ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝ ਸਕੋ। ਵਾਓ, ਦੂਸਰੇ ਨੂੰ ਆਪਣੇ ਤੋਂ ਉੱਤਮ ਸਮਝਣਾ ਆ। ਆਨੇ ਕਹਣਾ ਮੈਨੂੰ ਪਤਾ ਤੂੰ ਚੁੱਪ ਕਰ, ਤੂੰ ਕੱਲ ਦਾ ਤੂੰ ਮੁੰਡਾ ਆਇਆ ਹੈਗਾ ਆ ਤੇ ਤੈਨੂੰ ਕੀ ਪਤਾ, ਤੂੰ ਚੁੱਪ ਕਰਕੇ ਬਹਿ ਜਾ। ਨਹੀਂ, ਪ੍ਰਭੂ ਕਹਿੰਦਾ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝੋ। ਦੂਸਰਿਆਂ ਦਾ ਆਦਰ ਕਰਨਾ, ਦੂਸਰਿਆਂ ਦੀ ਇੱਜ਼ਤ ਕਰਨੀ, ਦੂਸਰਿਆਂ ਦਾ ਮਾਣ ਕਰਨਾ ਹਰ ਇੱਕ ਇਨਸਾਨ ਵਿਸ਼ਵਾਸੀ ਦਾ ਫਰਜ਼ ਆ, ਜਿਹੜਾ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਆਮੀਨ। ਅੱਗੇ ਦੇਖਾਂਗੇ 4 ਵਰਸ। ਤੁਸੀਂ ਕੇਵਲ ਆਪਣਾ ਹੀ ਭਲਾ ਨਾ ਤੱਕੋ, ਸਗੋਂ ਦੂਜਿਆਂ ਦਾ ਵੀ ਧਿਆਨ ਰੱਖੋ। ਇਹ ਗੱਲਾਂ ਪਵਿੱਤਰ ਆਤਮਾ ਤੁਹਾਡੇ ਦਿਲ ਵਿੱਚ ਉਦੋਂ ਪਾਉਂਦਾ ਆ ਕਿ ਜਦੋਂ ਤੁਸੀਂ ਦੂਜਿਆਂ ਦਾ ਜ਼ਿਆਦਾ ਧਿਆਨ ਰੱਖਣ ਲੱਗ ਗਏ ਆਪਣੇ ਨਾਲ, ਤੁਸੀਂ ਦੂਜਿਆਂ ਦਾ ਜ਼ਿਆਦਾ ਫਾਇਦਾ ਦੇਖਣ ਲੱਗ ਗਏ ਆਪਣੇ ਨਾਲ। ਇਹ ਉਦੋਂ ਜਦੋਂ ਤੁਸੀਂ ਸੇਵਕਾਈ ਦੇ ਵਿੱਚ ਆ ਜਾਂਦੇ ਹੋ। ਜਾਂ ਸੇਵਕਾਈ ਦਾ ਮਤਲਬ ਜਦੋਂ ਤੁਸੀਂ ਕਿਸੇ ਨੂੰ ਪ੍ਰਭੂ ਦੇ ਬਾਰੇ ਦੱਸ ਰਹੇ ਹੋ, ਜਦੋਂ ਤੁਸੀਂ ਦੂਸਰਿਆਂ ਨੂੰ ਚੇਲੇ ਬਣਾ ਰਹੇ ਹੋ, ਜਦੋਂ ਤੁਸੀਂ ਦੂਸਰਿਆਂ ਨੂੰ ਪ੍ਰਭੂ ਦਾ ਵਚਨ ਖੁਸ਼ਖਬਰੀ ਦਾ ਸੁਨੇਹਾ ਦੇ ਰਹੇ ਹੋ, ਤੁਸੀਂ ਆਟੋਮੈਟਿਕਲੀ ਪ੍ਰਭੂ ਦੀ ਸੇਵਾ ਵਿੱਚ ਆ ਗਏ ਹੈਗੇ। ਆਮੀਨ। ਤੇ ਬਾਡੀ ਦੇ ਵਿੱਚ, ਸਰੀਰ ਦੇ ਵਿੱਚ ਕੋਈ ਐਸਾ ਅੰਗ ਨਹੀਂਗਾ ਜਿਹੜਾ ਸੇਵਾ ਨਾ ਕਰ ਰਿਹਾ ਹੋਵੇ, ਜਿਹੜਾ ਐਕਟਿਵ ਨਾ ਹੋਵੇ। ਆਮੀਨ। ਸੋ ਸਾਰੇ ਆਪਾਂ ਕੁਝ ਵੀ ਕਰਦੇ ਹੋਈਏ, ਜਿਹੜੀ ਮਰਜ਼ੀ ਸੇਵਾ ਕਰਦੇ ਹੋਈਏ, ਆਪਣੇ ਵਿੱਚ ਇਹ ਗੁਣ ਪਵਿੱਤਰ ਆਤਮਾ ਨੇ ਪਾ ਦੇਣੇ ਨੇ। ਅੱਗੇ ਦੇਖਾਂਗੇ ਆਪਾਂ ਅਗਲਾ ਵਰਸ ਪੜਾਂਗੇ। ਆਓ ਦੇਖੀਏ ਧਿਆਨ ਦੇਣਾ, ਸੰਤ ਮਤੀ ਉਹਦਾ 20ਵਾਂ ਚੈਪਟਰ ਦੇਖਾਂਗੇ, 25ਵੇਂ ਤੋਂ ਲੈ ਕੇ 28ਵੇਂ ਵਰਸ ਤੱਕ ਆਪਾਂ ਜਾਵਾਂਗੇ। ਜੀ ਹਾਂ, ਪੰਜਾਬੀ ਦੇ ਵਿੱਚ। ਪਰ ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਤੇ ਕਿਹਾ, ਤੁਸੀਂ ਜਾਣਦੇ ਹੋ ਕਿ ਲੋਕਾਂ ਦੇ ਹਾਕਮ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਨੇਤਾ ਉੱਤੇ ਅਧਿਕਾਰ ਰੱਖਦੇ ਹਨ, ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਾਦਾਰ ਬਣੇ। ਇਸੇ ਤਰ੍ਹਾਂ ਜੇਕਰ ਕੋਈ ਤੁਹਾਡੇ ਵਿੱਚੋਂ ਨੇਤਾ ਬਣਨਾ ਚਾਹੇ ਤਾਂ ਉਹ ਤੁਹਾਡਾ ਦਾਸ ਬਣੇ। ਮਨੁੱਖ ਦਾ ਪੁੱਤਰ ਵੀ ਇਸ ਤਰ੍ਹਾਂ ਸੇਵਾ ਕਰਾਉਣ ਲਈ ਨਹੀਂ ਆਇਆ, ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੀ ਮੁਕਤੀ ਦਾ ਮੁੱਲ ਚੁਕਾਉਣ ਦੇ ਲਈ ਆਪਣੀ ਜਾਨ ਦੇਣ ਦੇ ਲਈ ਆਇਆ ਹੈ। ਪ੍ਰਭੂ ਯਿਸੂ ਮਸੀਹ ਜੀ ਦਾ ਵਿਸ਼ਵਾਸੀ ਸੇਵਕ ਬਣਨ ਤੋਂ ਬਾਅਦ ਤੁਹਾਡੇ ਵਿੱਚ ਇੱਕ ਇਹ ਭਾਵਨਾ ਪਾਕਰੂ ਪਾਏਗਾ ਕਿ ਤੁਸੀਂ ਸੇਵਾ ਕਰਵਾਉਣ ਨਹੀਂ ਆਏ, ਤੁਸੀਂ ਸੇਵਾ ਕਰਨ ਆਏ ਹੋ, ਤੁਸੀਂ ਮਦਦ ਕਰਨ ਆਏ ਹੋ, ਤੁਸੀਂ ਸਿਖਾਉਣ ਆਏ ਹੋ, ਤੁਸੀਂ ਹੈਲਪ ਕਰਨ ਆਏ ਹੋ। ਜਿੰਨੀ ਵੀ ਹੈਲਪ ਤੁਸੀਂ ਕਰ ਸਕੋ ਤੁਸੀਂ ਕਰ ਸਕੋ। ਆਮੀਨ। ਜਿੰਨੀ ਵੀ ਮਦਦ ਕਰ ਸਕੋ ਤੁਸੀਂ ਕਰ ਸਕੋ। ਇਹ ਪਵਿੱਤਰ ਆਤਮਾ ਪਾਏਗਾ। ਜੇ ਇਹ ਗੁਣ ਪਾਕਰੂ ਤੁਹਾਡੇ ਵਿੱਚ ਪਾਉਣ ਲੱਗ ਗਿਆ ਆ, ਇਹਦਾ ਮਤਲਬ ਆਖੇ ਤੁਸੀਂ ਸੇਵਾ ਦੇ ਵਿੱਚ ਅੱਗੇ ਵਧ ਰਹੇ ਹੋ। ਜਿਉਂ ਇਹ ਗੁਣ ਤੁਹਾਡੇ ਵਿੱਚ ਤਰੱਕੀ ਕਰਨਗੇ, ਤਿਉਂ ਤੁਸੀਂ ਸੇਵਕਾਈ ਦੇ ਵਿੱਚ ਤਰੱਕੀ ਕਰੋਗੇ। ਆਮੀਨ। ਤੁਸੀਂ ਭਾਵੇਂ ਵਰਸ਼ਿਪ ਦੇ ਵਿੱਚ ਕਰ ਰਹੇ ਹੋ, ਤੁਸੀਂ ਭਾਵੇਂ ਮਿਊਜ਼ਿਕ ਦੇ ਵਿੱਚ ਕਰ ਰਹੇ ਹੋ ਸੇਵਾ ਪ੍ਰਭੂ ਦੀ, ਤੁਸੀਂ ਭਾਵੇਂ ਸੈਟਿੰਗ ਦੇ ਵਿੱਚ ਸੇਵਾ ਕਰ ਰਹੇ ਹੋ, ਤੁਸੀਂ ਭਾਵੇਂ ਟੀਚਿੰਗ ਦੇ ਵਿੱਚ ਕਰ ਰਹੇ ਹੋ, ਤੁਸੀਂ ਵਿਜ਼ਿਟੇਸ਼ਨ 'ਚ ਕਰ ਰਹੇ ਹੋ, ਤੁਸੀਂ ਇਵੈਂਜਲਿਜ਼ਮ ਦੇ ਵਿੱਚ ਕਰ ਰਹੇ ਹੋ, ਆਊਟਰੀਚਿੰਗ ਦੇ ਵਿੱਚ ਕਰ ਰਹੇ ਹੋ, ਤੁਸੀਂ ਸੰਡੇ ਸਕੂਲ 'ਚ ਕਰ ਰਹੇ ਹੋ, ਤੁਸੀਂ ਕਿਸੇ ਵੀ ਮਿਨਿਸਟਰੀ ਵਿੱਚ ਕਰ ਰਹੇ ਹੋ, ਕੋਈ ਵੀ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਹੋ, ਇਹ ਸਾਰੇ ਗੁਣ ਪਵਿੱਤਰ ਆਤਮਾ ਤੁਹਾਡੇ ਵਿੱਚ ਪਾਣਾ ਸ਼ੁਰੂ ਕਰ ਦੇਗਾ। ਸੋ ਪ੍ਰਭੂ ਨੇ ਕਿਹਾ ਸੀਗਾ ਵੀ ਬਾਹਰ ਤਾਂ ਬੌਸ ਬਣਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਇੱਥੇ ਸੇਵਕ ਬਣਨ ਦੀ ਕੋਸ਼ਿਸ਼ ਕਰਦੇ ਨੇ। ਆਮੀਨ। ਯਾਨੀ ਕਿ ਪਾਕਰੂ ਤੁਹਾਡੇ ਵਿੱਚ ਐਸਾ ਖਿਆਲ ਪਾਵੇਗਾ ਤਾਂ ਕਿ ਤੁਸੀਂ ਵੀ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧ ਸਕੋ।
ਮੈਂ ਸੋ ਇਹ ਆਟੋਮੈਟਿਕਲੀ ਇਹ ਸਾਰੇ ਖਿਆਲ ਤੁਹਾਡੇ ਵਿੱਚ ਆ ਜਾਣੇ ਚਾਹੀਦੇ ਨੇ। ਲੇਕਿਨ ਜੇ ਇਹ ਖਿਆਲ ਤੁਹਾਡੇ ਦਿਲ ਵਿੱਚ ਨਹੀਂ ਆ ਰਹੇ ਤਾਂ ਫਿਰ ਇਹ ਜ਼ਰੂਰੀ ਆ ਕਿ ਆਪਾਂ ਪਵਿੱਤਰ ਆਤਮਾ ਨੂੰ ਕਹਿ ਸਕੀਏ ਕਿ ਪਾਕਰੂ ਸਾਡੀ ਮਦਦ ਕਰ, ਹਜੇ ਸਾਡੇ ਵਿੱਚ ਇਹ ਖਿਆਲ ਨਹੀਂ ਆਏ, ਮੈਂ ਸੇਵਾ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ ਤੇ ਇਹ ਖਿਆਲ, ਇਹ ਭਾਵਨਾ, ਇਹ ਬੈਨੀਫਿਟਸ ਮੇਰੇ ਦਿਲ ਵਿੱਚ ਤੂੰ ਪਾ। ਅੱਗੇ ਪੜਾਂਗੇ ਆਪਾਂ ਰੋਮਨਸ ਚੈਪਟਰ 12 ਵਿੱਚ ਜਾਵਾਂਗੇ, ਉਹਦਾ 9ਵੇਂ ਵਰਸ ਤੋਂ ਲੈ ਕੇ 13ਵੇਂ ਵਰਸ ਤੱਕ ਆਪਾਂ ਦੇਖਾਂਗੇ ਪੰਜਾਬੀ ਦੇ ਵਿੱਚ। ਰੋਮਨਸ ਚੈਪਟਰ 12 ਵਰਸ 9 to 13। ਜੀ ਹਾਂ। ਪਿਆਰ ਸੱਚੇ ਦਿਲੋਂ ਕਰੋ, ਬੁਰਾਈ ਨੂੰ ਘਿਰਣਾ ਕਰੋ, ਸੱਚ ਨਾਲ ਚਿੰਬੜੇ ਰਹੋ, ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ, ਆਦਰ ਬੜੇ ਕਰੋ। ਧਿਆਨ ਦੇਣਾ ਆਪਾਂ ਪ੍ਰਭੂ ਦੇ ਪੜੋ ਲਿਖਿਆ ਹੈਗਾ ਪਿਆਰ ਸੱਚੇ ਦਿਲੋਂ ਕਰੋ। ਪਖੰਡੀ ਵਾਲਾ ਪਿਆਰ ਨਹੀਂ ਕਰਨਾ ਬੇ ਹਾਂਜੀ ਹਾਂਜੀ ਪਿਆਰ ਕਰਦੇ ਹਾਂ ਜੀ, ਅਸੀਂ ਪਿਆਰ ਕਰਦੇ ਹਾਂ ਮੋਰੇ ਪਿਆਰ ਕਰਦੇ ਹਾਂ ਪਿੱਛੇ ਕੁਝ ਹੋਰ ਹੀ ਕਰਦੇ ਹਾਂ। ਮੋਰੇ ਪਿਆਰ ਕਰਦੇ ਹਾਂ ਲੇਕਿਨ ਬਾਅਦ ਵਿੱਚ ਕੁਝ ਹੋਰ ਹੀ ਖਿਆਲ ਆਉਂਦੇ ਨੇ। ਨਹੀਂ, ਪਾਕਰੂ ਦਾ ਦਿਲ ਜਿੱਤਣਾ ਆਪਾਂ, ਪਰਮ ਆਤਮਾ ਦਾ ਦਿਲ ਜਿੱਤਣਾ ਆਪਾਂ, ਤਾਂ ਕਿ ਆਪਣੇ ਵਿੱਚ ਸਾਰੇ ਗੁਣ ਆ ਜਾਣ। ਇਹ ਗੁਣਾਂ ਦੇ ਨਾਲ ਫਿਰ ਆਪਣੇ ਉੱਤੇ ਉਹ ਸ਼ਕਤੀ ਪਰਮੇਸ਼ਰ ਦੇ ਸਕੇ, ਉਹ ਅਥਾਰਟੀ ਦੇ ਸਕੇ, ਉਹ ਪਾਵਰ ਦੇ ਸਕੇ ਜਿਹਦੇ ਨਾਲ ਵੱਡੇ ਵੱਡੇ ਕੰਮ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਹੋ ਸਕੇ। ਅੱਗੇ ਦੇਖਾਂਗੇ ਵਰਸ 10। ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ, ਆਦਰ ਕਰਨ ਵਿੱਚ ਇੱਕ ਦੂਜੇ ਨਾਲੋਂ ਅੱਗੇ ਵਧੋ, ਆਪਣੇ ਉਤਸ਼ਾਹ ਨੂੰ ਠੰਡਾ ਨਾ ਹੋਣ ਦਿਓ, ਆਤਮਿਕ ਤੌਰ ਤੇ ਸੁਚੇਤ ਰਹੋ ਅਤੇ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ। ਆਪਣੀ ਆਸ਼ਾ ਵਿੱਚ ਖੁਸ਼ ਰਹੋ, ਦੁੱਖ ਵਿੱਚ ਧੀਰਜਵਾਨ ਬਣੋ ਅਤੇ ਪ੍ਰਾਰਥਨਾ ਵਿੱਚ ਹਰ ਸਮੇਂ ਲੱਗੇ ਰਹੋ। ਆਪਣੇ ਲੋੜਵੰਦ ਵਿਸ਼ਵਾਸੀ ਭਰਾਵਾਂ ਨੂੰ ਦੇਵੋ ਅਤੇ ਪਰਦੇਸੀਆਂ ਲਈ ਆਪਣੇ ਘਰਾਂ ਦੇ ਬੂਹੇ ਖੁੱਲੇ ਰੱਖੋ। ਆਪਣੇ ਲੋੜਵੰਦ ਭਰਾਵਾਂ ਨੂੰ ਦੇਵੋ, ਯਾਨੀ ਕਿ ਆਪਾਂ ਆਪਣੀ ਜਬਾਨੀ ਨਹੀਂ ਭਰਨੀ ਆ। ਜੇ ਦੇਖਦੇ ਹਾਂ ਕਿਸੇ ਨੂੰ ਕੋਈ ਜ਼ਰੂਰਤ ਹੈਗੀ ਹੈ ਤਾਂ ਉਹਦੀ ਮਦਦ ਵੀ ਕਰਨੀ ਹੈ। ਤੇ ਫਿਰ ਲਿਖਿਆ ਹੌਸਪਿਟੈਲਿਟੀ ਨੂੰ ਪ੍ਰੈਕਟਿਸ ਕਰੋ, ਯਾਨੀ ਕਿ ਘਰ ਦੇ ਵਿੱਚ ਤੁਸੀਂ ਕਿਸੇ ਨੂੰ ਸੱਦ ਲਿਆ, ਸੱਦ ਕੇ ਤੁਸੀਂ ਉਹਦੇ ਨਾਲ ਪ੍ਰੇਅਰਾਂ ਕੀਤੀਆਂ, ਗੱਲਬਾਤ ਕੀਤੀ, ਉਹਦੀ ਮਦਦ ਕੀਤੀ, ਰੋਟੀ ਖਵਾਈ। ਇਹ ਸਾਰਾ ਕੁਝ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੋਇਆ। ਪ੍ਰਭੂ ਦੇ ਨਾਮ ਲਿਖਿਆ ਆ ਕਿ ਤੁਸੀਂ ਖੁਸ਼ ਰਹੋ, ਆਸ਼ਾ ਦੇ ਵਿੱਚ ਖੁਸ਼ ਰਹੋ, ਖੁਸ਼ੀ ਦੇ ਵਿੱਚ ਝੁਮੋ, ਤੇ ਲਿਖਿਆ ਆ ਪ੍ਰੇਅਰ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਫੇਥਫੁਲ ਰਹੋ। ਐ ਨਹੀਂ ਵੀ ਚਲੋ ਕੱਲ ਪ੍ਰੇਅਰ ਕਰ ਲਈ ਸੀ ਅੱਜ ਕਾਹਤੋਂ ਕਰਨੀ ਆ, ਨਹੀਂ, ਕੋਈ ਦਿਨ ਨਹੀਂ ਛੱਡਣਾ, ਲਗਾਤਾਰ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਹੈ। ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਹੈ ਪ੍ਰਾਰਥਨਾ ਵਿੱਚ ਅੱਗੇ ਵਧਣਾ ਹੈਗਾ। ਪ੍ਰਭੂ ਦੇ ਭੈਣੋ, ਤੇ ਲਿਖਿਆ ਆ ਕਿ ਤੁਹਾਡੇ ਦਿਲ ਦੇ ਵਿੱਚ ਇੱਕ ਜ਼ੀਲ, ਇੱਕ ਪੈਸ਼ਨ ਹੋਵੇ ਪਰਮੇਸ਼ਰ ਦੇ ਬਾਰੇ। ਉਹ ਪੈਸ਼ਨ ਠੰਡਾ ਨਾ ਹੋਣ ਦੇਵੋ, ਕਦੇ ਵੀ ਆਪਣੇ ਆਪ ਨੂੰ ਡਿਸਕਰੇਜ ਨਾ ਹੋਣ ਦੇਵੋ, ਕੋਈ ਚੀਜ਼ ਤੁਹਾਨੂੰ ਡਿਸਕਰੇਜ ਨਾ ਕਰ ਸਕੇ। ਤੁਸੀਂ ਯਾਦ ਰੱਖੋ, ਚੇਤੇ ਰੱਖੋ ਪ੍ਰਭੂ ਦਾ ਵਾਅਦਾ। ਪ੍ਰਭੂ ਨੇ ਕਿਹਾ ਸੀ ਮੈਂ ਤੁਹਾਨੂੰ ਕਦੇ ਛੱਡਾਂਗਾ ਨਹੀਂ, ਕਦੇ ਮੈਂ ਤੈਨੂੰ ਤਿਆਗਾਂਗਾ ਨਹੀਂ, ਮੈਂ ਤੇਰੇ ਨਾਲ ਹਾਂ। ਆਮੇਨ। ਸੋ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਨਾਲ ਤੁਸੀਂ ਹਮੇਸ਼ਾ ਦਲੇਰੀ ਦੇ ਵਿੱਚ ਅੱਗੇ ਵਧਦੇ ਰਹੋ, ਪ੍ਰਾਰਥਨਾ ਦੇ ਵਿੱਚ ਅੱਗੇ ਵਧਦੇ ਰਹੋ। ਇਹ ਸਾਰੇ ਗੁਣ ਉਹਦੇ ਨੇ ਜਿਹੜੇ ਕਿਸੇ ਵੀ ਹਾਲਤ ਦੀ, ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਕਰ ਰਿਹਾ ਹੋਵੇ। ਭਰਾਵਾਂ ਨਾਲ ਭਰਾਵਾਂ ਵਰਗਾ ਪਿਆਰ ਕਰੋ, ਜਿੱਦਾਂ ਆਪਣੇ ਭਰਾਵਾਂ, ਆਪਣੇ ਸਕੇ ਭਰਾਵਾਂ ਵਰਗਾ ਪਿਆਰ, ਉਦਾਂ ਪਿਆਰ ਕਰੋ। ਆਮੇਨ। ਪ੍ਰਭੂ ਦਾ ਵਚਨ ਆਪਾਂ ਸਿਖਾਉਂਦਾ ਇਹ ਗੁਣ ਸੇਵਕਾਈ ਦੇ ਵਿੱਚ ਵਧਣ ਦੇ ਵਾਸਤੇ ਜ਼ਰੂਰੀ ਨੇ। ਜੇ ਤੁਸੀਂ ਚਾਹੁੰਦੇ ਪ੍ਰਭੂ ਦੀ ਸੇਵਾ ਕਰਨੀ, ਤੁਸੀਂ ਆਪਣੇ ਦਿਲ ਵਿੱਚ ਛਾਤੀ ਮਾਰ ਕੇ ਦੇਖੋ, ਪ੍ਰਭੂ ਨੂੰ ਕਹੋ ਪ੍ਰਭੂ ਮੈਨੂੰ ਸਾਰੇ ਗੁਣ ਦੇ ਤਾਂ ਕਿ ਮੈਂ ਵੀ ਤੇਰੀ ਸੇਵਾ ਦੇ ਵਿੱਚ ਅੱਗੇ ਵੱਧ ਸਕਾਂ। ਆਮੇਨ। ਫਿਰ ਦੇਖਿਓ ਪਵਿੱਤਰ ਆਤਮਾ ਕਿੱਦਾਂ ਦੇ ਦਰਵਾਜ਼ੇ ਤੁਹਾਡੀ ਜ਼ਿੰਦਗੀ ਲਈ ਖੋਲ੍ਹਦਾ ਆ। ਫਿਰ ਦੇਖੋ ਕੈਸਾ ਮਸਾ ਤੇ ਕੈਸੀ ਅਥਾਰਟੀ ਤੁਹਾਡੀ ਜ਼ਿੰਦਗੀ 'ਚ ਆ ਕੇ ਪਰਮੇਸ਼ਰ ਦਾ ਨਾਮ ਉੱਚਾ ਕਰਦੀ ਹੈਗੀ। ਅਗਲਾ ਵਰਸ ਜੀ ਦੇਖਾਂਗੇ ਆਪਾਂ ਪ੍ਰਭੂ ਦੇ ਭੈਣੋ। ਹਾਂਜੀ, ਜਾਵਾਂਗੇ 1 ਥਿਮੋਥੀ ਚੈਪਟਰ 3 ਉਹਦੇ ਪਹਿਲੇ 7 ਵਰਸ ਦੇਖਾਂਗੇ। ਧਿਆਨ ਨਾਲ ਸੁਣੋ, ਬੜਾ ਜ਼ਬਰਦਸਤ ਵਚਨ ਹੈਗਾ ਆ ਇਹ। ਮੈਂ ਚਾਹਾਂਗਾ ਜੋ ਵਚਨ ਪੜ੍ਹਿਆ ਜਾਂਦਾ ਆ ਤਿਉਂ ਤੁਸੀਂ ਆਪਣੇ ਦਿਲਾਂ ਨੂੰ ਪਰਖੋ, ਦਿਲਾਂ ਤੇ ਧਿਆਨ ਦੇਵੋ। ਦੇਖੋ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਇਹ ਫਲ ਆਏ ਹੋਏ ਹੈਗੇ ਨੇ, ਇਹ ਦਾਤਾਂ ਆਈਆਂ ਹੋਈਆਂ ਹੈਗੀਆਂ ਨੇ, ਜਾਂ ਕਿੰਨੇ ਘਾਟੇ 'ਚ ਆਪਾਂ, ਜਾਂ ਹਜੇ ਸਾਨੂੰ ਹੋਰ ਚਾਹੀਦੀਆਂ ਨੇ। ਆਓ ਪੜਾਂਗੇ 1 ਟਿਮੋਥੀ ਚੈਪਟਰ 3 ਵਰਸ 1 to 7। ਜੀ ਹਾਂ। ਇਹ ਇੱਕ ਸੱਚੀ ਅਖਾਣ ਹੈ, ਜੇਕਰ ਕੋਈ ਮਨੁੱਖ ਆਤਮਿਕ ਰੱਖਿਅਕ ਬਣਨ ਦੀ ਚਾਹ ਕਰਦਾ ਹੈ ਤਾਂ ਉਹ ਨੇਕ ਕੰਮ ਕਰਨ ਦੀ ਸੋਚਦਾ ਹੈ। ਇਸ ਲਈ ਆਤਮਿਕ ਰੱਖਿਅਕ ਨਿੰਦਾ ਰਹਿਤ, ਇੱਕ ਪਤਨੀ ਦਾ ਪਤੀ, ਸੂਝਵਾਨ, ਆਤਮ ਸੰਜਮੀ, ਨਮਰ,
ਮਹਿਮਾਨ ਨਿਵਾਜ਼ ਅਤੇ ਇੱਕ ਚੰਗਾ ਸਿੱਖਿਅਕ ਹੋਵੇ। ਉਹ ਸ਼ਰਾਬੀ ਅਤੇ ਝਗੜਾਲੂ ਨਾ ਹੋਵੇ, ਸਗੋਂ ਸਬਰ ਵਾਲਾ ਅਤੇ ਸ਼ਾਂਤ ਸੁਭਾਅ ਵਾਲਾ ਹੋਵੇ। ਉਹ ਆਪਣੇ ਟੱਬਰ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨ ਵਾਲਾ ਅਤੇ ਆਪਣੇ ਬੱਚਿਆਂ ਨੂੰ ਪੂਰਨ ਤੌਰ 'ਤੇ ਆਪਣੀ ਆਗਿਆ ਵਿੱਚ ਰੱਖਣ ਵਾਲਾ ਹੋਵੇ, ਕਿਉਂਕਿ ਜੋ ਮਨੁੱਖ ਆਪਣੇ ਹੀ ਘਰ-ਬਾਰ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਨਾ ਕਰਨੀ ਜਾਣਦਾ ਹੋਵੇ, ਉਹ ਪਰਮੇਸ਼ਰ ਦੀ ਵਿਸ਼ਵਾਸ ਸੰਗਤ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕੇਗਾ। ਉਹ ਨਵ ਵਿਸ਼ਵਾਸੀ ਵੀ ਨਾ ਹੋਵੇ, ਨਹੀਂ ਤਾਂ ਹੋ ਸਕਦਾ ਹੈ ਕਿ ਉਹ ਘਮੰਡੀ ਹੋ ਜਾਵੇ ਅਤੇ ਸ਼ੈਤਾਨ ਵਾਲੀ ਸਜ਼ਾ ਦਾ ਹੱਕਦਾਰ ਹੋ ਠਹਿਰੇ। ਉਹ ਵਿਸ਼ਵਾਸ ਸੰਗਤ ਤੋਂ ਬਾਹਰੀ ਲੋਕਾਂ ਵਿੱਚ ਯੋਗ ਆਦਰ ਰੱਖਦਾ ਹੋਵੇ, ਤਾਂ ਜੋ ਉਹ ਕਿਸੇ ਵੀ ਕਾਰਨ ਨਿੰਦਾ ਦੇ ਯੋਗ ਨਾ ਹੋਵੇ ਅਤੇ ਇਹ ਠਹਿਰੇ ਸ਼ੈਤਾਨ ਦੇ ਪੰਜੇ ਵਿੱਚ ਨਾ ਜਾ ਫਸੇ। ਲਿਖਿਆ ਆ ਕਿ ਉਹ ਆਪਣੇ ਘਰ ਦੇ ਵਿੱਚ ਵੀ ਉਹਦੀ ਚੰਗੀ ਗਵਾਹੀ ਹੋਵੇ। ਘਰ ਦੇ ਵਿੱਚ ਵੀ ਕੋਈ ਇਨਸਾਨ ਇੱਦਾਂ ਦਾ ਨਾ ਹੋਵੇ ਜਿਹੜਾ ਆਪਣੀ ਉਂਗਲੀ ਚੱਕਦਾ ਹੋਵੇ ਉਹਦੇ ਖਿਲਾਫ ਕਿ ਤੂੰ ਬਾਹਰ ਹੀ ਕਰਦਾ ਰਹੇਗਾ, ਘਰ ਦੇ ਵਿੱਚ ਤੂੰ ਕੁਛ ਕੀਤਾ ਨਹੀਂ। ਉਹਨੂੰ ਐਸੀ ਵਿਜ਼ਡਮ, ਐਸੀ ਗਿਆਨ ਪਰਮੇਸ਼ਰ ਦੇਵੇਗਾ ਕਿ ਉਹ ਆਪਣੇ ਘਰ ਦੇ ਵਿੱਚ ਵੀ ਸਭ ਕੁਝ ਜੋ ਕਰੇਗਾ ਉਹ ਬਿਲਕੁਲ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਹੋਵੇਗਾ। ਘਰ ਨੂੰ ਵੀ ਚਲਾਵੇਗਾ ਬੜੇ ਗਿਆਨ ਦੇ ਨਾਲ, ਬੜੇ ਢੰਗ ਦੇ ਨਾਲ, ਬੜੀ ਸ਼ਾਂਤੀ ਤੇ ਧੀਰਜ ਦੇ ਨਾਲ, ਤੇ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਵੀ ਅੱਗੇ ਵਧੇਗਾ। ਇਹ ਗੁਣ ਪਾਏ ਜਾਂਦੇ ਹੈਗੇ ਨੇ ਜਿਹੜੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ। ਲਿਖਿਆ ਆ ਕਿ ਕੋਈ ਬਹੁਤ ਜ਼ਿਆਦਾ ਨਿਆ ਨਾ ਹੋਵੇ, ਬਲਕਿ ਜਿਹੜੇ ਨਵੇਂ ਭੈਣ ਭਰਾ ਨੇ ਉਹਨਾਂ ਨੂੰ ਇਹ ਜ਼ਰੂਰੀ ਆ ਕਿ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਦੀਆਂ ਸਾਰੀਆਂ ਗਹਿਰਾਈਆਂ ਨੂੰ ਸਮਝ ਸਕਣ, ਅੰਡਰਸਟੈਂਡ ਕਰ ਸਕਣ ਤੇ ਰੂਹ ਦੇ ਵਿੱਚ ਤੇ ਪ੍ਰਾਰਥਨਾ ਵਿੱਚ ਵੱਧ ਸਕਣ, ਤਾਂ ਕਿ ਉਹਨਾਂ ਦੇ ਵਿੱਚ ਵੀ ਇਹ ਸਾਰੇ ਗੁਣ ਜਿਹੜੇ ਨੇ ਉਹ ਆ ਸਕਣ ਤੇ ਨਜ਼ਰ ਆ ਸਕਣ ਤੇ ਬਰਕਤ ਬਣ ਸਕਣ। ਸੋ ਅੱਗੇ ਦੇਖਾਂਗੇ ਆਪਾਂ ਜੌਨ ਚੈਪਟਰ 13 ਵਰਸ 12ਵੇਂ ਤੋਂ ਲੈ ਕੇ 15ਵਾਂ ਤੱਕ ਜਾਵਾਂਗੇ। ਆਪਾਂ ਅੱਜ ਆਪਾਂ ਬਾਈਬਲ ਵਿੱਚ ਕੁਝ ਐਸੇ ਵਰਸਿਸ ਦੇਖ ਰਹੇ ਹੈਗੇ ਆ ਪ੍ਰਭੂ ਦੇ ਬੈਨੋ, ਜਿਹੜੇ ਵਰਸਿਸ ਜਿਹੜੀਆਂ ਬਰਕਤਾਂ, ਜਿਹੜੇ ਬੈਨੀਫਿਟਸ ਉਹਨਾਂ ਦੀਆਂ ਜ਼ਿੰਦਗੀਆਂ ਤੇ ਆਉਂਦੇ ਨੇ ਜਿਹੜੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੇ ਹੁੰਦੇ ਨੇ। ਕਿਸੇ ਤਰ੍ਹਾਂ ਦੀ ਵੀ ਸੇਵਾ, ਤੁਸੀਂ ਕਿਸੇ ਨੂੰ ਰਾਈਡ ਵੀ ਦੇ ਰਹੀ ਸੀ, ਤੁਸੀਂ ਸੇਵਾ ਕਰ ਰਹੇ ਹੋ, ਤੁਹਾਡੇ ਮਨ 'ਚ ਖਿਆਲ ਆ ਗਿਆ ਲੈ ਵੀ ਫਲਾਣੇ ਭਰਾ ਨੂੰ ਕੋਲੇ ਰਾਈਡ ਹੈ ਨਹੀਂ ਗੀ, ਅਸੀਂ ਤੈਨੂੰ ਲੈ ਜਾ ਕਰਾਂਗੇ, ਫਲਾਣੀ ਭੈਣ ਕੋਲੇ ਰਾਈਡ ਹੈ ਨਹੀਂ ਗੀ, ਅਸੀਂ ਤੈਨੂੰ ਲੈ ਜਾ ਕਰਾਂਗੇ। ਇਹ ਸੇਵਾ ਆ, ਇਹਦਾ ਮੇਵਾ ਤੁਹਾਨੂੰ ਪਰਮੇਸ਼ਰ ਦੇਵੇਗਾ। ਆਮੇਨ। ਪਾਕ ਰੂਹ ਦਰਵਾਜ਼ਾ ਖੋਲ ਰਿਹਾ ਆ ਤੇ ਪਰਮੇਸ਼ਰ ਤੁਹਾਨੂੰ ਇਹ ਬਰਕਤ ਜਿਹੜਾ ਹੈਗਾ ਦੇਵੇਗਾ। ਤੁਹਾਡੇ ਦੇ ਵਿੱਚ ਪਰਮੇਸ਼ਰ ਕੁਛ ਪਾ ਦਿੰਦਾ ਹੈਗਾ ਆ ਵੀ ਚਲੋ ਮੈਂ ਥੋੜੀ ਜਿਹੀ ਗਰੋਸਰੀ ਕਰਕੇ ਕਿਸੇ ਭਰਾ ਨੂੰ ਦੇ ਦਿੰਦੀ ਆ, ਭੈਣ ਨੂੰ ਦੇ ਦਿੰਦੀ ਆ, ਉਹਨਾਂ ਦੀ ਮਦਦ ਹੋ ਜਾਏਗੀ ਬੱਚਿਆਂ ਦੇ ਵਾਸਤੇ, ਪਰਮੇਸ਼ਰ ਵੱਲੋਂ ਹੀ ਆ। ਆਮੇਨ। ਤੁਹਾਨੂੰ ਪਵਿੱਤਰ ਆਤਮਾ ਇਸਤੇਮਾਲ ਕਰ ਰਿਹਾ ਆ ਇਹਨਾਂ ਸੇਵਾਵਾਂ ਦੇ ਵਿੱਚ। ਇਹ ਸਿਰਫ ਹਜੇ ਸ਼ੁਰੂਆਤ ਆ, ਇਹ ਸਿਰਫ ਪਹਿਲੇ ਸਟੈਪਸ ਨੇ। ਜਦੋਂ ਆਪਾਂ ਇਹਨਾਂ ਸੇਵਾਵਾਂ 'ਚ ਪਾਸ ਹੋ ਜਾਂਦੇ ਆ, ਫਿਰ ਜਿਹੜੀ ਬਰਕਤ ਆਪਣੇ ਉੱਤੇ ਆਉਂਦੀ ਆ, ਉਹ ਮਸਾ, ਉਹ ਹਜ਼ੂਰੀ, ਉਹ ਅਥਾਰਟੀ ਜਿਹੜੀ ਆਪਣੇ ਉੱਤੇ ਆਉਂਦੀ ਆ, ਜਿਹਦੇ ਨਾਲ ਵੱਡੇ ਵੱਡੇ ਪਰਮੇਸ਼ਰ ਦੇ ਕੰਮ ਕਰਦੇ ਆ, ਤੇ ਸਾਰੀ ਮਹਿਮਾ ਜਲਾਲ ਪ੍ਰਭੂ ਨੂੰ ਦਿੰਦੇ ਆ, ਤੇ ਚਰਚ ਜਿਹੜਾ ਐਡੀਫਾਈ ਕਰਦਾ ਆ ਹੁੰਦਾ ਆ, ਉਹ ਪ੍ਰਭੂ ਦੇ ਪਹਿਲਾਂ ਬਾਅਦ ਦੀ ਗੱਲ ਆ। ਲੇਕਿਨ ਹੁਣ ਆਪਾਂ ਸੇਵਾ ਦੇ ਵਿੱਚ ਵਧਣਾ। ਜੇ ਤੁਹਾਡੇ ਦਿਲ ਦੇ ਵਿੱਚ ਕੁਝ ਵੀ ਪਰਮੇਸ਼ਰ ਪਾਉਂਦਾ ਆ ਕਿ ਤੁਸੀਂ ਇਹ ਸੇਵਾ ਕਰਨਾ ਚਾਹੁੰਦੇ ਹੋ, ਤੁਸੀਂ ਆ ਕੇ ਗੱਲਬਾਤ ਕਰ ਸਕਦੇ ਹੋ ਆਪਣੇ ਲੀਡਰਸ ਦੇ ਨਾਲ। ਪਾਸਟਰ ਜੀ, ਮੇਰੇ ਦਿਲ ਵਿੱਚ ਪਰਮੇਸ਼ਰ ਨੇ ਪਾਇਆ ਹੈਗਾ ਕਿ ਕੁਰਸੀਆਂ ਲਾਉਣ ਦੇ ਵਿੱਚ ਮੈਂ ਮਦਦ ਕਰਿਆ ਕਰਾਂ, ਮੈਂ ਇੰਸਟਰੂਮੈਂਟ ਵਜਾਉਣ ਦੇ ਵਿੱਚ ਮੈਂ ਮਦਦ ਕਰਿਆ ਕਰਾਂ, ਮੈਂ ਗਾਣ ਦੇ ਵਿੱਚ ਮਦਦ ਕਰਨਾ ਚਾਹੁੰਦਾ ਹੈਗਾ ਆ, ਮੈਂ ਕਿਚਨ ਦੇ ਵਿੱਚ ਮਦਦ ਕਰਨਾ ਚਾਹੁੰਦਾ ਹੈਗਾ, ਮੈਂ ਲੋਕਾਂ ਨੂੰ ਫਲਾਇਰਸ ਬਣਨ ਦੇ ਵਿੱਚ ਮਦਦ ਕਰਨਾ ਚਾਹੁੰਦਾ ਹਾਂ, ਮੈਂ ਪਾਰਕ ਦੇ ਵਿੱਚ ਜਾ ਕੇ ਲੋਕਾਂ ਨੂੰ ਫਲਾਇਰਸ ਦੇਣਾ ਚਾਹੁੰਦਾ ਹਾਂ, ਮੈਂ ਆਹ ਕਰਨਾ ਚਾਹੁੰਦਾ ਹਾਂ, ਮੈਂ ਫੋਨ ਤੇ ਹੈਲਪ ਕਰਨਾ ਚਾਹੁੰਦਾ ਹਾਂ, ਮੈਂ ਮੀਡੀਆ 'ਚ ਹੈਲਪ ਕਰਨਾ ਚਾਹੁੰਦਾ ਹਾਂ, ਮੈਂ ਟੀਚ ਕਰਨਾ ਚਾਹੁੰਦਾ ਹਾਂ, ਮੈਂ ਪ੍ਰੇਅਰ 'ਚ ਫਾਸਟਿੰਗ ਜਾਣਾ ਚਾਹੁੰਦਾ। ਜਿਸ ਤਰ੍ਹਾਂ ਦੀ ਵੀ ਸੇਵਾ ਪਰਮੇਸ਼ਰ ਤੁਹਾਡੇ ਦਿਲ ਵਿੱਚ ਪਾਉਂਦਾ ਆ, ਤੁਸੀਂ ਆ ਕੇ ਜਿਹੜੇ ਆਗੂ ਨੇ, ਲੀਡਰਸ ਨੇ, ਉਹਨਾਂ ਨਾਲ ਗੱਲ ਕਰ ਸਕਦੇ ਹੈਗੇ ਹੋ, ਮੇਰੇ ਨਾਲ ਵੀ ਗੱਲ ਕਰ ਸਕਦੇ ਹੈਗੇ ਹੋ ਤੁਸੀਂ, ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਤੇ ਤੁਸੀਂ ਉਸ ਸੇਵਾ ਦੇ ਵਿੱਚ ਅੱਗੇ ਵਧ ਸਕੋ। ਆਓ ਪੜਾਂਗੇ ਆਪਾਂ ਜੀ ਹਾਂ ਸੰਤ ਯੋਹੰਨਾ 13ਵਾਂ ਚੈਪਟਰ ਤੇ 12ਵੇਂ ਤੋਂ ਲੈ ਕੇ 15ਵੇਂ ਤੱਕ। ਜੀ ਹਾਂ। ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ ਤਾਂ ਉਹਨਾਂ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਸਾਦੇ ਹੋ ਅਤੇ ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ। ਪਰ ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ, ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। ਮੈਂ ਤੁਹਾਡੇ ਸਾਹਮਣੇ ਇੱਕ ਆਦਰਸ਼ ਰੱਖ ਦਿੱਤਾ ਹੈ, ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ।
ਪ੍ਰਭੂ ਨੇ ਆਪਣੇ ਸਾਹਮਣੇ ਇੱਕ ਨਮੂਨਾ ਰੱਖ ਦਿੱਤਾ ਹੈ। ਨਮੂਨਾ ਦਾ ਮਤਲਬ ਆ ਪ੍ਰਭੂ ਨੇ ਝੁਕ ਗਏ, ਪ੍ਰਭੂ ਉਹਨਾਂ ਦੇ ਸਾਹਮਣੇ, ਪਰਮੇਸ਼ਰ ਪ੍ਰਭੂ ਹੰਬਲ ਹੋਏ ਉਹਨਾਂ ਦੇ ਸਾਹਮਣੇ। ਪ੍ਰਭੂ ਨੇ ਉਹਨਾਂ ਦੀ ਰਿਸਪੈਕਟ ਕੀਤੀ, ਪਰਮੇਸ਼ਰ ਨੇ ਉਹਨਾਂ ਦੀ ਸੇਵਾ ਕੀਤੀ। ਇਸੇ ਤਰ੍ਹਾਂ ਪ੍ਰਭੂ ਨੇ ਕਿਹਾ ਜਿੱਦਾਂ ਮੈਂ ਨਮੂਨਾ ਛੱਡਿਆ ਤੁਹਾਡੇ ਸਾਹਮਣੇ ਸੇਵਾ ਦਾ, ਉਸੇ ਤਰ੍ਹਾਂ ਤੁਸੀਂ ਵੀ ਸੇਵਾ ਕਰਨੀ ਹੈ ਇੱਕ ਦੂਸਰੇ ਦੀ। ਆਮੇਨ। ਦੁਬਾਰਾ ਫਿਰ ਸੇਵਾ ਕਰਾਂਗੇ ਨਹੀਂ, ਸੇਵਾ ਕਰਨੀ ਹੈ, ਮਦਦ ਕਰਨੀ ਹੈ ਇੱਕ ਦੂਜੇ ਦੀ, ਪ੍ਰੇਰਣਾ ਕਰਨੀ ਹੈ ਇੱਕ ਦੂਜੇ ਦੇ ਵਾਸਤੇ, ਹੈਲਪ ਕਰਨੀ ਹੈ ਇੱਕ ਦੂਜੇ ਦੀ, ਤਾਂ ਕਿ ਪਰਮੇਸ਼ਰ ਦੇ ਵਿੱਚ ਲੋਕ ਬਚ ਸਕਣ ਤੇ ਪ੍ਰਭੂ ਦਾ ਚਿਹਰਾ ਤੁਹਾਡੀ ਜ਼ਿੰਦਗੀ ਥਾਈ ਦੀ ਨਜ਼ਰ ਆ ਸਕੇ। ਜਿੱਥੇ ਜਿੱਥੇ ਵੀ ਤੁਸੀਂ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਉੱਥੇ ਤੁਸੀਂ ਨੰਬਰ ਗੁੰਮ ਕਰ ਲਓਗੇ, ਉੱਥੇ ਉੱਥੇ ਤੁਹਾਡੇ ਪੁਆਇੰਟਸ ਕੱਟੇ ਜਾਣੇ ਨੇ, ਉੱਥੇ ਉੱਥੇ ਤੁਸੀਂ ਪਵਿੱਤਰ ਆਤਮਾ ਦੇ ਸਾਹਮਣੇ ਠੀਕ ਨਹੀਂ ਠਹਿਰਨੇ। ਲੇਕਿਨ ਜਿੱਥੇ ਜਿੱਥੇ ਤੁਸੀਂ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਉੱਚਾ ਕੀਤਾ, ਜਿੱਥੇ ਜਿੱਥੇ ਤੁਸੀਂ ਦੂਸਰਿਆਂ ਦੀ ਮਦਦ ਕੀਤੀ, ਦੂਸਰਿਆਂ ਨੂੰ ਐਨਕਰੇਜ ਕੀਤਾ, ਉੱਥੇ ਉੱਥੇ ਤੁਸੀਂ ਪਵਿੱਤਰ ਆਤਮਾ ਦਾ ਨੰਬਰ ਲੈ ਜਾਓਗੇ। ਤੇ ਜਦੋਂ ਪਵਿੱਤਰ ਆਤਮਾ ਨੂੰ ਪਤਾ ਚੱਲ ਗਿਆ ਕਿ ਫਲਾਣਾ 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 ਭਾਈ ਜਾਂ ਭੈਣ ਸੇਵਾ ਦੇ ਵਿੱਚ ਅੱਗੇ ਵੱਧ ਚੁੱਕਿਆ ਆ, ਉਸ ਦੇ ਉੱਤੇ ਪਰਮੇਸ਼ਰ ਵਚਨ ਕਹਿੰਦਾ ਜੇ ਤੁਸੀਂ ਥੋੜੇ 'ਚ ਫੇਥਫੁਲ ਹੋਵੋਗੇ ਮੈਂ ਤੁਹਾਨੂੰ ਵੱਡਾ ਵੀ ਦੇਵਾਂਗਾ। ਆਮੇਨ। ਉਹ ਵੱਡੇ 'ਚ ਵੀ ਫੇਥਫੁਲ ਹੋਵੇਗਾ। ਜਦੋਂ ਛੋਟੀ ਛੋਟੀਆਂ ਚੀਜ਼ਾਂ 'ਚ ਫੇਥਫੁਲ ਹੋਵੋਗੇ, ਉਹਦੇ ਉੱਤੇ ਵੱਡਾ ਮਸਾ, ਵੱਡੀ ਹਜ਼ੂਰੀ, ਵੱਡੀ ਬਰਕਤ ਵੀ ਆਵੇਗੀ ਤੇ ਕੋਈ ਐਸਾ ਦਰਵਾਜ਼ਾ ਨਹੀਂਗਾ ਜਿਹੜਾ ਉਹਦੇ ਉੱਤੇ ਨਾ ਖੁੱਲੇ। ਪਰਮੇਸ਼ਰ ਦਾ ਮਕਸਦ ਉਹਦੀ ਜ਼ਿੰਦਗੀ 'ਚ ਪੂਰਾ ਹੋਵੇਗਾ, ਪ੍ਰਭੂ ਦਾ ਨਾਮ ਉੱਚਾ ਹੋਵੇਗਾ, ਚਰਚ ਤਰੱਕੀ ਪ੍ਰਾਪਤ ਕਰੇਗਾ। ਆਮੇਨ। ਅੱਗੇ ਦੇਖਾਂਗੇ ਪ੍ਰਭੂ ਦੇ ਪਰਮ ਆਪਾਂ ਕੁਝ ਦੀ ਕਿਤਾਬ ਜਾਵਾਂਗੇ, ਉਹਦਾ 18ਵਾਂ ਚੈਪਟਰ ਤੇ 21ਵਾਂ ਵਰਸ ਆਪਾਂ ਪੜਾਂਗੇ। ਕੁਝ ਚੈਪਟਰ 18 ਵਰਸ 21, ਐਕਸੋਡਸ 18:21। ਜੀ ਹਾਂ। ਇਸ ਦੇ ਨਾਲ ਤੂੰ ਕੁਝ ਇਹੋ ਜਿਹੇ ਭਰੋਸੇਯੋਗ ਸਿਆਣੇ ਆਦਮੀ ਚੁਣ ਜੋ ਪਰਮੇਸ਼ਰ ਤੋਂ ਡਰਦੇ ਹੋਣ ਅਤੇ ਜੋ ਵੱਡੀ ਲੈਣਾ ਬੁਰਾ ਮੰਨਦੇ ਹੋਣ। ਤੂੰ ਇਹੋ ਜਿਹੇ ਆਦਮੀਆਂ ਨੂੰ ਹਜ਼ਾਰਾਂ, ਸੈਂਕੜਿਆਂ, 50 ਅਤੇ 10 ਤੇ ਸਰਦਾਰ ਠਹਿਰਾ ਦੇ। 3 ਗੁਣ ਸੀ ਉਹਨਾਂ ਦੇ ਵਿੱਚ। ਪਰਮੇਸ਼ਰ ਨੇ ਮੂਸਾ ਨਾਲ ਗੱਲ ਕੀਤੀ ਸੀ ਵੀ ਐਸੇ ਦੇਖ ਲੋਕ ਜਿਨ੍ਹਾਂ 'ਚ ਸੇਵਾ ਦੇ ਵਰਦਾਨ ਹੋਣ, ਉਹਨਾਂ ਨੂੰ ਤੂੰ ਇਹਨਾਂ ਦੇ ਉੱਤੇ ਠਹਿਰਾ ਦੇ। ਲੇਕਿਨ 3 ਗੁਣ ਖਾਸ ਨਜ਼ਰ ਆਏ ਸੀ ਉਹ 'ਚ। ਦੁਬਾਰਾ ਦੇਖਾਂਗੇ ਕਿਹੜੇ ਸੀਗੇ ਉਹ 3 ਗੁਣ। ਆਓ ਪੜ੍ਹੀਏ। ਇਸ ਦੇ ਨਾਲ ਤੂੰ ਕੁਝ ਇਹੋ ਜਿਹੇ ਭਰੋਸੇਯੋਗ ਸਿਆਣੇ ਆਦਮੀ ਚੁਣ ਜੋ ਪਰਮੇਸ਼ਰ ਤੋਂ ਡਰਦੇ ਹੋਣ ਅਤੇ ਜੋ ਵੱਡੀ ਲੈਣਾ ਬੁਰਾ ਮੰਨਦੇ ਹੋਣ। ਤੂੰ ਇਹੋ ਜਿਹੇ ਆਦਮੀਆਂ ਨੂੰ ਪਰਮੇਸ਼ਰ ਤੋਂ ਡਰਦੇ ਹੋਣ, ਸਿਆਣੇ, ਭਰੋਸੇਯੋਗ, ਸਿਆਣੇ ਤੇ ਪਰਮੇਸ਼ਰ ਦਾ ਡਰ ਰੱਖਣ ਵਾਲੇ। ਕੀ ਤੁਸੀਂ ਭਰੋਸੇਯੋਗ ਆ? ਕੀ ਅਸੀਂ ਤੁਹਾਡੇ 'ਚ ਭਰੋਸਾ ਕਰ ਸਕਦੇ ਹਾਂ ਜਾਂ ਨਹੀਂ? ਕੀ ਅੱਜ ਤੁਹਾਡੇ 'ਚ ਮੈਂ ਭਰੋਸਾ ਕਰ ਸਕਦਾ ਜਾਂ ਨਹੀਂ? ਕੀ ਤੁਸੀਂ ਪਰਮੇਸ਼ਰ ਦਾ ਡਰ ਰੱਖਣ ਵਾਲੇ ਹੋ? ਕੀ ਤੁਸੀਂ ਸਿਆਣੇ ਹੋ? ਸਿਆਣੇ ਹੋ ਤੁਸੀਂ ਪਵਿੱਤਰ ਆਤਮਾ ਦੀ ਸਿਆਣਪ, ਪਵਿੱਤਰ ਆਤਮਾ ਦਾ ਗਿਆਨ, ਪਵਿੱਤਰ ਆਤਮਾ ਦੀ ਵਿਜ਼ਡਮ ਤੇ ਨੌਲੇਜ ਪ੍ਰਾਪਤ ਕਰ ਚੁੱਕੇ ਹੋ। ਇਹ ਜਿਹੜੇ ਮਨੁੱਖ ਨੇ ਜਿਨ੍ਹਾਂ 'ਚ 3 ਗੁਣ ਪਾਏ ਜਾਂਦੇ ਨੇ, ਉਹ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵਧਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਪਰਮੇਸ਼ਰ ਬੜੇ ਵੱਡੇ ਕੰਮ ਕਰਦਾ ਹੈ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੁੰਦੀ। ਅੱਗੇ ਦੇਖਾਂਗੇ ਆਪਾਂ ਪ੍ਰੋਵਰਬਸ ਚੈਪਟਰ 3 ਜਾਵਾਂਗੇ ਤੇ ਉਹਦਾ 5ਵੇਂ ਤੋਂ ਲੈ ਕੇ 10ਵਾਂ ਵਰਸ ਪੜਾਂਗੇ ਆਪਾਂ। ਪ੍ਰੋਵਰਬਸ ਚੈਪਟਰ 3 ਵਰਸ 5 to 10। ਮੇਰੀ ਪ੍ਰਾਰਥਨਾ ਹੈਗੀ ਆ ਕਿ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਸਾਰੇ ਗੁਣ ਆ ਜਾਣ। ਆਓ ਆਪਣੇ ਦਿਲਾਂ ਨੂੰ ਦੇਖੀਏ, ਪਰਖ ਕੇ ਤੇ ਪ੍ਰਭੂ ਨੂੰ ਕਹੀਏ, ਪ੍ਰਭੂ ਜੀ ਜੇ ਕੋਈ ਐਸਾ ਗੁਣ ਮੇਰੇ ਵਿੱਚ ਹੈ ਨਹੀਂ, ਮੈਨੂੰ ਮਾਫ ਕਰ, ਮੇਰੀ ਮਦਦ ਕਰ ਤਾਂ ਕਿ ਮੈਂ ਤੇਰੀ ਸੇਵਾ ਦੇ ਵਿੱਚ ਅੱਗੇ ਵਧ ਸਕਾਂ। ਆਮੇਨ। ਪੜਾਂਗੇ ਪ੍ਰੋਵਰਬਸ ਚੈਪਟਰ 3 ਵਰਸ 5 to 10। ਜੀ ਹਾਂ। ਤੂੰ ਪ੍ਰਭੂ ਉਤੇ ਵਿਸ਼ਵਾਸ ਰੱਖ ਅਤੇ ਆਪਣੀ ਸਮਝ ਉਤੇ ਭਰੋਸਾ ਨਾ ਰੱਖ। ਯਾਦ ਰੱਖ ਕਿ ਉਹ ਤੇਰੇ ਹਰ ਕੰਮ ਵਿੱਚ ਤੇਰੇ ਨਾਲ ਹੈ ਅਤੇ ਉਹ ਤੇਰੇ ਹਰ ਕੰਮ ਨੂੰ ਸਫਲ ਕਰੇਗਾ। ਤੂੰ ਆਪਣੇ ਆਪ ਨੂੰ ਆਪ ਸਮਝਦਾਰ ਨਾ ਸਮਝ। ਤੂੰ ਕੇਵਲ ਪ੍ਰਭੂ ਦਾ ਡਰ ਰੱਖ ਅਤੇ ਬੁਰਾਈ ਕਰਨ ਤੋਂ ਆਪਣੇ ਆਪ ਨੂੰ ਰੋਕੇ ਰੱਖ। ਜੇਕਰ ਤੂੰ ਇਸ ਤਰ੍ਹਾਂ ਕਰੇਗਾ ਤਾਂ ਇਹ ਤੇਰੇ ਲਈ ਇੱਕ ਚੰਗੀ ਦਵਾਈ ਸਿੱਧ ਹੋਵੇਗਾ, ਜਿਸ ਨਾਲ ਜ਼ਖਮ ਤੁਰੰਤ ਚੰਗੇ ਹੋ ਜਾਂਦੇ ਹਨ ਅਤੇ ਪੀੜ ਖਤਮ ਹੋ ਜਾਂਦੀ ਹੈ। ਤੂੰ ਪ੍ਰਭੂ ਦੀ ਉਪਾਸਨਾ ਆਪਣੀ ਫਸਲ ਦੇ ਸਭ ਤੋਂ ਚੰਗੇ ਫਲ ਦੀ ਭੇਂਟ ਦੇ ਕੇ ਕਰ। ਇਸ ਤਰ੍ਹਾਂ ਕਰਨ ਨਾਲ ਤੇਰੇ ਭੰਡਾਰ ਦਾਣਿਆਂ ਨਾਲ ਭਰੇ ਰਹਿਣਗੇ ਅਤੇ ਤੇਰੇ ਚਵੱਚੇ ਵੀ ਦਾਖਸਾਰ ਨਾਲ ਮੂੰਹੋਂ ਮੂੰਹ ਭਰੇ ਰਹਿਣਗੇ। ਜਾਣੀ ਕਿ ਤੁਸੀਂ ਸਕਸੈਸ ਤੱਕ ਪਹੁੰਚ ਸਕੋਗੇ, ਜਾਣੀ ਕਿ ਤੁਸੀਂ ਰੱਬ ਦੀ ਬਰਕਤ ਪ੍ਰਾਪਤ ਕਰੋਗੇ, ਜਿੱਤ ਪ੍ਰਾਪਤ ਕਰੋਗੇ। ਆਮੇਨ। ਹਰ ਇੱਕ ਕੰਮ ਦੇ ਵਿੱਚ ਪਰਮੇਸ਼ਰ ਨੂੰ ਇੱਕ ਨੌਲੇਜ ਕਰ ਲਿਖਿਆ ਵਚਨ ਦੇ ਵਿੱਚ। ਆਮੇਨ।
ਜਾਣੀ ਕਿ ਦਿਨ ਦੇ ਵਿੱਚ ਆਪਾਂ ਕਿੰਨੇ ਕੁ ਕੰਮ ਕਰਦੇ ਹਾਂ? ਮੇਰੇ ਖਿਆਲ ਦਿਨ ਦੇ ਵਿੱਚ ਆਪਾਂ ਮੇਬੀ 100 ਕੰਮ ਤਾਂ ਕਰਦੇ ਹੋਣਗੇ ਵੱਖਰੇ ਵੱਖਰੇ। ਮੈਂ ਸਵੇਰੇ ਉੱਠੇ ਬ੍ਰੇਕਫਾਸਟ ਤਿਆਰ ਕਰਾ, ਇੱਕ ਕੰਮ ਹੋ ਗਿਆ, ਬ੍ਰੇਕਫਾਸਟ ਖਾਣਾ ਦੂਜਾ ਕੰਮ ਹੋ ਗਿਆ ਹੈ, ਫਿਰ ਆਪਾਂ ਕੱਪੜੇ ਪ੍ਰੈਸ ਕਰ ਲਏ, ਇੱਕ ਹੋਰ ਕੰਮ ਹੋ ਗਿਆ, ਫਿਰ ਨਹਾ ਕੇ ਤਿਆਰ ਹੋਏ, ਇੱਕ ਹੋਰ ਕੰਮ ਹੋ ਗਿਆ, ਫਿਰ ਗੱਡੀ ਚਲਾ ਕੇ ਤੁਸੀਂ ਕੰਮ ਤੇ ਗਏ, ਇੱਕ ਹੋਰ ਕੰਮ ਹੋ ਗਿਆ, ਫਿਰ ਉੱਥੇ ਤੁਸੀਂ ਜੋ ਕੀਤੇ ਵੱਖਰੇ ਵੱਖਰੇ ਕੰਮ ਹੋ ਗਏ, ਫਿਰ ਕਿਸੇ ਨੂੰ ਫੋਨ ਕਰਨਾ ਵੀ ਇੱਕ ਕੰਮ ਹੋ ਗਿਆ, ਕਿਸੇ ਨਾਲ ਗੱਲ ਕੀਤੀ ਵੀ ਇੱਕ ਕੰਮ ਹੋ ਗਿਆ, ਕਿਸੇ ਨੂੰ ਬੈਠ ਕੇ ਕੋਈ ਰਾਏ ਦੇਣੀ ਆ ਉਹ ਵੀ ਇੱਕ ਕੰਮ ਹੋ ਗਿਆ, ਹੈ ਨਾ। ਸੋ ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਦਿਨ ਦੇ ਵਿੱਚ, ਉਹ ਹਰ ਇੱਕ ਕੰਮ ਦੇ ਵਿੱਚ ਪਰਮੇਸ਼ਰ ਨੂੰ ਐਕਨੋਲੇਜ ਕਰ ਕਿ ਪ੍ਰਭੂ ਜੀ ਮੈਂ ਆ ਕੰਮ ਕਰਨ ਲੱਗਿਆ, ਮੇਰੇ ਨਾਲ ਹੋ, ਪ੍ਰਭੂ ਜੀ ਮੇਰੇ ਨਾਲ ਹੋ। ਨਾਲ ਹੋਣ ਦਾ ਮਤਲਬ ਆ ਕੀ ਆ? ਨਾਲ ਹੋਣ ਦਾ ਮਤਲਬ ਆ ਕਿ ਆਪਾਂ ਆਪਣੇ ਕੰਨ ਖੋਲ ਸਕੀਏ ਉਸ ਪਰਮੇਸ਼ਰ ਦੇ ਵਾਸਤੇ। ਪ੍ਰਭੂ ਜੀ ਮੈਨੂੰ ਤੂੰ ਲੀਡ ਕਰ, ਮੈਨੂੰ ਤੂੰ ਗਾਈਡ ਕਰ। ਆਮੀਨ। ਤੇ ਹਰ ਉਹ ਮਨੁੱਖ ਜਿਹੜਾ ਪਰਮੇਸ਼ਰ ਦੀ ਗਾਈਡੈਂਸ ਦੇ ਮੁਤਾਬਿਕ ਚੱਲਦਾ ਆ, ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ ਚੱਲਦਾ ਆ, ਉਹ ਪਰਮੇਸ਼ਰ ਦਾ ਪੁੱਤਰ ਕਹਿਲਾਇਆ ਜਾਂਦਾ ਹੈ। ਉਹਦੀ ਜ਼ਿੰਦਗੀ 'ਚ ਪਰਮੇਸ਼ਰ ਦੇ ਪੁੱਤਰ ਦੀਆਂ ਬਰਕਤਾਂ ਹੋਣਗੀਆਂ, ਜਾਨੀ ਕਿ ਉਹ ਅਥਾਰਟੀ, ਉਹ ਅਨੋਇੰਟਿੰਗ, ਉਹ ਪਾਵਰ ਉਹਦੀ ਜ਼ਿੰਦਗੀ 'ਚ ਹੋਏਗੀ। ਕਿਉਂ? ਕਿਉਂਕਿ ਉਹਨੇ ਆਪਣੇ ਕੰਨ ਖੋਲੇ ਹੋਏ ਨੇ ਪਰਮੇਸ਼ਰ ਦੇ ਵਾਸਤੇ, ਤੇ ਹਰ ਚੀਜ਼ ਵਿੱਚ ਪਰਮੇਸ਼ਰ ਨੂੰ ਐਕਨੋਲੇਜ ਕਰਦਾ। ਉਹਦੇ ਭੰਡਾਰ ਕਦੇ ਖਾਲੀ ਨਹੀਂ ਹੋਣਗੇ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਥੋੜ ਨਹੀਂ ਹੋਵੇਗੀ। ਹਰ ਚੀਜ਼ ਵਿੱਚ ਉਹ ਪਰਮੇਸ਼ਰ ਨੂੰ ਐਕਨੋਲੇਜ ਕਰਦਾ ਹੈ। ਆਮੀਨ। ਆਪਾਂ ਵੀ ਉਦਾਂ ਹੀ ਕਰਨਾ ਹੈ ਜਿੱਦਾਂ ਪ੍ਰਭੂ ਦਾ ਬੱਚਾ ਕਹਿੰਦਾ ਹੈ। ਆਓ ਦੇਖਾਂਗੇ 2 Timothy chapter 2 verse 2 ਪੜਾਂਗੇ ਪੰਜਾਬੀ ਦੇ ਵਿੱਚ। ਜੋ ਕੁਝ ਮੈਂ ਸਿਖਾਇਆ ਹੈ ਤੂੰ ਉਹ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਸੁਣ ਚੁੱਕਾ ਹੈ। ਹੁਣ ਤੂੰ ਉਹੀ ਸਿੱਖਿਆਵਾਂ ਅੱਗੇ ਭਰੋਸੇਯੋਗ ਆਦਮੀਆਂ ਨੂੰ ਦੇ ਜੋ ਦੂਜਿਆਂ ਨੂੰ ਸਿੱਖਿਆ ਦੇਣ ਦੀ ਯੋਗਤਾ ਰੱਖਦੇ ਹੋਣ। ਜੋ ਕੁਝ ਤੁਸੀਂ ਸਿੱਖਿਆ ਆ ਇਹਨਾਂ ਸਾਲਾਂ 'ਚ, ਜੋ ਕੁਝ ਤੁਸੀਂ ਸਿੱਖਿਆ ਆ, ਇਹ ਪਿਛਲੇ 30 ਸਾਲਾਂ ਤੋਂ ਮੈਂ ਜੋ ਪ੍ਰਚਾਰ ਕਰ ਰਿਹਾ ਹਾਂ, ਪ੍ਰਭੂ ਦਾ ਧੰਨਵਾਦ ਕਰਦੇ ਹਾਂ ਟੈਕਨੋਲੋਜੀ ਦਾ ਕਿ ਆਪਣੇ ਜਿਹੜੇ ਵੀਡੀਓਜ਼ ਵਗੈਰਾ ਹੈਗੇ ਨੇ, ਆਪਣੀਆਂ ਟੀਚਿੰਗਸ ਜਿਹੜੀਆਂ ਹੈਗੀਆਂ ਨੇ ਉਹ ਲੱਗੀਆਂ ਹੋਈਆਂ ਨੇ, ਚੜੀਆਂ ਹੋਈਆਂ ਨੇ। ਜਦੋਂ ਤੁਸੀਂ ਸੁਣਨਾ ਸ਼ੁਰੂ ਕਰ ਦਿਓ, ਮੇਰਾ ਖਿਆਲ ਸਾਰਾ ਸਾਲ ਲੰਘ ਜੂਗਾ, ਤੁਹਾਡੀਆਂ ਟੀਚਿੰਗ ਆਪਣੀਆਂ ਖਤਮ ਨਹੀਂ ਹੋਣਗੀਆਂ। ਪਰਮੇਸ਼ਰ ਦਾ ਧੰਨਵਾਦ ਕਰਦਾ, ਜੋ ਕੁਝ ਵੀ ਆਪਾਂ ਸਿੱਖਿਆ ਆ ਇਹਨਾਂ ਦਿਨਾਂ ਦੇ ਵਿੱਚ, ਵਚਨ ਕਹਿੰਦਾ ਆ ਉਹੀ ਆਪਾਂ ਦੂਜਿਆਂ ਨੂੰ ਸਿਖਾ ਸਕੀਏ, ਉਹਨਾਂ ਨੂੰ ਸਿਖਾ ਸਕੀਏ ਤਾਂ ਕਿ ਉਹ ਵੀ ਗਾਹਾਂ ਸਿਖਾ ਸਕਣ। ਵਚਨ ਕਹਿੰਦਾ ਕਿ ਇੱਕ ਪੀੜ੍ਹੀ ਦੂਜੇ ਪੀੜ੍ਹੀ ਨੂੰ ਗਵਾਹੀ ਦੇਵੇਗੀ। ਆਪਣਾ ਫਰਜ਼ ਬਣਦਾ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆਪਣੇ ਸਾਹਮਣੇ ਆ, ਆਪਾਂ ਇਸ ਪੀੜ੍ਹੀ ਨੂੰ ਪਰਮੇਸ਼ਰ ਦਾ ਵਚਨ ਪਹੁੰਚਾ ਸਕੀਏ, ਇਹ ਗਵਾਹੀ ਦੇ ਸਕੀਏ, ਆਪਾਂ ਉਹ ਮਕਸਦ ਪੂਰਾ ਕਰ ਸਕੀਏ ਜਿਸ ਮਕਸਦ ਦੇ ਵਾਸਤੇ ਪਰਮੇਸ਼ਰ ਨੇ ਆਪਾਂ ਨੂੰ ਬਚਾਇਆ ਆ, ਪਰਮੇਸ਼ਰ ਨੇ ਸਾਨੂੰ ਬੁਲਾਇਆ ਆ, ਤੇ ਆਪਾਂ ਪ੍ਰਭੂ ਦੇ ਵਿੱਚ ਤਕੜੇ ਹੋ ਕੇ ਅੱਗੇ ਵਧ ਰਹੇ ਹੈਗੇ ਆ। ਆਮੀਨ। ਸੋ ਪ੍ਰਭੂ ਦੇ ਬਨੋ, ਇਹ ਪਰਮੇਸ਼ਰ ਦਾ ਬੁਲਾਵਾ ਹੈ ਹਰ ਇੱਕ ਵਿਸ਼ਵਾਸੀ ਦੇ ਉੱਤੇ। ਲਾਸਟ ਵਰਸ ਪੜਾਂਗੇ ਆਪਾਂ ਸੰਤ ਯੋਹੰਨਾ 10ਵਾਂ ਚੈਪਟਰ ਉਹਦਾ 11ਵਾਂ ਵਰਸ। ਆਪਾਂ ਦੇਖ ਰਹੇ ਹਾਂ ਅੱਜ ਕਿ ਹਰ ਉਹ ਇਨਸਾਨ ਜਿਹੜਾ ਜਾ ਕੇ ਖੁਸ਼ਖਬਰੀ ਵੰਡਦਾ ਆ, ਸਿਰਫ ਖੁਸ਼ਖਬਰੀ ਵੰਡ ਕੇ ਛੱਡ ਕੇ ਨਹੀਂ ਆ ਜਾਣਾ, ਬਲਕਿ ਹਰ ਇੱਕ ਇਨਸਾਨ ਦਾ ਫਰਜ਼ ਆ, ਵਿਸ਼ਵਾਸੀ ਦਾ ਫਰਜ਼ ਆ ਕਿ ਉਹ ਦੂਜਿਆਂ ਨੂੰ ਚੇਲੇ ਬਣਾਵੇ, ਜਾਣੀ ਕਿ ਦੂਜਿਆਂ ਨੂੰ ਸਿਖਾਵੇ, ਜਾਣੀ ਕਿ ਦੂਸਰਿਆਂ ਨੂੰ ਪਰਮੇਸ਼ਰ ਦੇ ਗਿਆਨ ਦੇ ਬਾਰੇ ਦੱਸ ਸਕੇ, ਜਾਣੀ ਕਿ ਉਹ ਸੇਵਾ ਦੇ ਵਿੱਚ ਆ ਗਿਆ। ਆਮੀਨ। ਪਰਮੇਸ਼ਰ ਦੀ ਸੇਵਾ ਵਿੱਚ ਅੱਗੇ ਵਧਣਾ। ਜਿਹੜੇ ਲੋਕ ਪ੍ਰਭੂ ਦੀ ਸੇਵਾ ਵਿੱਚ ਅੱਗੇ ਵਧਦੇ ਨੇ, ਉਹਨਾਂ 'ਚ ਸਾਰੇ ਗੁਣ ਪਾਏ ਜਾਂਦੇ ਨੇ। ਜਿਉਂ-ਜਿਉਂ ਤੁਹਾਡੇ ਵਿੱਚ ਇਹ ਗੁਣ ਪਾਏ ਜਾਣਗੇ, ਜਾਂ ਜਿਉਂ-ਜਿਉਂ ਤੁਹਾਨੂੰ ਇਹ ਗੁਣ ਤੁਹਾਡੇ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ, ਇਹਦਾ ਮਤਲਬ ਆ ਕਿ ਪ੍ਰਭੂ ਤੁਹਾਨੂੰ ਸੇਵਕਾਈ ਦੇ ਵਿੱਚ ਅੱਗੇ ਲਿਜਾ ਰਿਹਾ ਹੈ। ਤੇ ਇਹ ਛੋਟੀਆਂ ਚੀਜ਼ਾਂ ਨੇ, ਜੇ ਛੋਟੀਆਂ ਚੀਜ਼ਾਂ 'ਚ ਫੇਥਫੁਲ ਹੋਵਾਂਗੇ ਤੇ ਵੱਡੀਆਂ ਚੀਜ਼ਾਂ ਵੀ ਪਰਮੇਸ਼ਰ ਤੁਹਾਨੂੰ ਦੇਵੇਗਾ। ਤੇ ਵੱਡੀਆਂ ਕਿਹੜੀਆਂ ਨੇ? ਅਨੋਇੰਟਿੰਗ, ਅਥਾਰਟੀ, ਪਰਮੇਸ਼ਰ ਦਾ ਮਸਾ, ਪਰਮੇਸ਼ਰ ਦੀ ਹਜ਼ੂਰੀ, ਪਰਮੇਸ਼ਰ ਦੇ ਗਿਫਟ, ਉਹਦੇ ਵੱਡੇ ਵੱਡੇ ਤਗਮੇ, ਗਿਫਟ ਆਫ ਮਿਰਕਲਸ, ਗਿਫਟ ਆਫ ਹੀਲਿੰਗ, ਗਿਫਟ ਆਫ ਪ੍ਰੋਫੈਸੀ, ਇਹ ਸਾਰੀਆਂ ਵੱਡੀਆਂ ਵੱਡੀਆਂ ਚੀਜ਼ਾਂ, ਦਾਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਕਿਉਂ? ਪ੍ਰਭੂ ਤੇ ਤੁਹਾਡੇ ਤੇ ਟਰਸਟ ਕਰੇਗਾ, ਕਿਉਂਕਿ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਫੇਥਫੁਲ ਹੋਏ ਹੋ, ਵੱਡੀਆਂ ਵੀ ਪਰਮੇਸ਼ਰ ਤੁਹਾਨੂੰ ਦੇਵੇਗਾ। ਆਓ ਪੜਾਂਗੇ ਸੰਤ ਯੋਹੰਨਾ 10ਵਾਂ ਚੈਪਟਰ ਤੇ ਉਹਦਾ 11ਵਾਂ ਵਰਸ ਪੰਜਾਬੀ 'ਚ। ਮੈਂ ਅੱਛਾ ਚਰਵਾਹਾ ਹਾਂ, ਅੱਛਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ। ਕਿ ਤੁਸੀਂ ਭੇਡਾਂ ਦੇ ਲਈ ਆਪਣੀ ਜਾਨ ਦੇ ਸਕਦੇ ਹੋ? ਜਾਨ ਦਾ ਮਤਲਬ ਆਪਣੀ ਜ਼ਿੰਦਗੀ, ਕਿ ਤੁਸੀਂ ਪ੍ਰਭੂ ਦੇ ਵਾਸਤੇ ਆਪਣੀ ਜ਼ਿੰਦਗੀ ਦੇ ਸਕਦੇ ਹੋ। ਇੱਕ ਸਮਾਂ ਸੀਗਾ, ਪਾਗਲ ਮੇਰੇ ਦਿਲ ਵਿੱਚ ਪਾਇਆ ਸੀ ਕਿ ਆਪਣੇ ਆਪ ਲਈ ਤਾਂ ਸਾਰੇ ਚਾਹੁੰਦੇ ਨੇ, ਆਪਣੀਆਂ ਜੇਬਾਂ ਭਰਨ ਵਾਸਤੇ ਤਾਂ ਸਾਰੇ ਚਾਹੁੰਦੇ ਨੇ, ਆਪਣੇ ਘਰਾਂ ਨੂੰ ਬਣਾਉਣ ਵਾਸਤੇ ਤਾਂ ਸਾਰੇ ਚਾਹੁੰਦੇ ਨੇ, ਆਪਣੇ ਦੌਲਤ ਬਣਾਉਣ ਵਾਸਤੇ ਸਾਰੇ ਚਾਹੁੰਦੇ ਨੇ, ਗੱਡੀਆਂ ਲੈਣ ਵਾਸਤੇ, ਘਰ ਲੈਣ ਵਾਸਤੇ, ਟ੍ਰੇਨਾਂ ਲੈਣ ਵਾਸਤੇ, ਬੱਸਾਂ ਲੈਣ ਵਾਸਤੇ, ਸੋਨਾ ਲੈਣ ਵਾਸਤੇ, ਚਾਂਦੀ ਲੈਣ ਵਾਸਤੇ, ਸਭ ਆਪਣੇ ਆਪਣੇ ਵਾਸਤੇ ਕੰਮ ਕਰਦੇ ਨੇ। ਪ੍ਰਭੂ ਨੇ ਆਖਿਆ ਸੀ ਮੈਨੂੰ ਕਿ ਤੂੰ ਪਰਮੇਸ਼ਰ ਵਾਸਤੇ ਕੰਮ ਕਰੇਂਗਾ।
ਭੇਡਾਂ ਨੂੰ ਚਰਵਾਉਣ ਵਾਲਾ ਆਪਣੀ ਜਾਨ ਤੱਕ ਦੇ ਦਿੰਦਾ ਆ। ਜਾਨ ਦਾ ਮਤਲਬ ਆ ਨਹੀਂ ਕਿ ਬਸ ਮਰ ਜਾਣਾ, ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਸਲੀਬ ਦੇ ਉੱਤੇ। ਜਾਨ ਦਾ ਮਤਲਬ ਆ ਆਪਣੀ ਜ਼ਿੰਦਗੀ ਦੇ ਦੇਣੀ, ਕਿ ਤੁਸੀਂ ਆਪਣੀ ਜ਼ਿੰਦਗੀ ਦੇ ਸਕਦੇ ਹੋ ਪ੍ਰਭੂ ਦੀ ਸੇਵਾ ਦੇ ਵਾਸਤੇ। ਚਲੋ ਥੋੜਾ ਥੱਲੇ ਆ ਜਾਂਦੇ ਆ। ਕੀ ਤੁਸੀਂ ਕੁਝ ਸਮੇਂ ਦੇ ਸਕਦੇ ਹੋ ਪ੍ਰਭੂ ਦੇ ਸੇਵਾ ਦੇ ਵਾਸਤੇ, ਪ੍ਰਭੂ ਦੀ ਭੇਡਾਂ ਦੇ ਵਾਸਤੇ, ਯਾਨੀ ਕਿ ਪਰਮੇਸ਼ਰ ਦੇ ਚਰਚ ਦੇ ਵਾਸਤੇ, ਯਾਨੀ ਕਿ ਪਰਮੇਸ਼ਰ ਦੇ ਲੋਕਾਂ ਦੇ ਵਾਸਤੇ? ਕੀ ਤੁਸੀਂ ਕੁਝ ਸਮੇਂ ਦੇ ਸਕਦੇ ਹੋ? ਕੀ ਤੁਸੀਂ ਕੁਝ ਟਾਈਮ ਕੱਢ ਸਕਦੇ ਹੋ? ਕੀ ਤੁਸੀਂ ਕੁਝ ਪੈਸਾ ਕੱਢ ਸਕਦੇ ਹੋ? ਕੁਝ ਆਫਰਿੰਗ ਕਰ ਸਕਦੇ ਹੋ ਪ੍ਰਭੂ ਦੀ ਚਰਚ ਦੇ ਵਾਸਤੇ? ਤੁਸੀਂ ਆਪਣੀ ਟਾਈਥਿੰਗ ਕਰ ਸਕਦੇ ਹੋ ਪਰਮੇਸ਼ਰ ਦੀ ਚਰਚ ਦੇ ਵਾਸਤੇ? ਕਿ ਤੁਸੀਂ ਆਪਣੇ ਪਰਿਵਾਰ ਚੋਂ, ਆਪਣੇ ਘਰ ਵਿੱਚ ਕੁਝ ਸਮਾਂ ਪਰਮੇਸ਼ਰ ਦੇ ਕੰਮਾਂ ਦੇ ਵਾਸਤੇ ਕੱਢ ਸਕਦੇ ਹੋ? ਆਪਣੇ ਸਕੇਜੂਲ ਦੇ ਵਿੱਚ ਕੁਝ ਟਾਈਮ ਕੱਢ ਸਕਦੇ ਹੋ? ਜੇ ਕਰ ਸਕਦੇ ਹੋ ਤਾਂ ਸ਼ੋਰਲੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ। ਤੁਸੀਂ ਸੇਵਕਾਈ ਦੇ ਵਿੱਚ ਅੱਗੇ ਵਧੋਗੇ ਤੇ ਤੁਸੀਂ ਉਹ ਮਕਸਦ ਪੂਰਾ ਕਰੋਗੇ ਜਿਸ ਮਕਸਦ ਦੇ ਵਾਸਤੇ ਤੁਸੀਂ ਜਨਮ ਲਿਆ ਤੇ ਤੁਸੀਂ ਇਸ ਦੁਨੀਆ ਵਿੱਚ ਆਏ ਹੋ। ਆਮੇਨ। ਆਓ ਦੁਆ ਕਰਾਂਗੇ। ਮੇਰੀ ਪ੍ਰੇਰ ਹੋਏਗੀ ਕਿ ਪਰਮੇਸ਼ਰ ਹਰ ਇੱਕ ਵਿਸ਼ਵਾਸੀ ਨੂੰ ਸੇਵਕਾਈ ਦੇ ਵਿੱਚ ਅੱਗੇ ਵਧਾਵੇ। ਭਾਵੇਂ ਛੋਟੀ ਸੇਵਾ ਹੋਵੇ ਜਾਂ ਵੱਡੀ ਸੇਵਾ ਹੋਵੇ, ਭਾਵੇਂ ਛੋਟਾ ਕੰਮ ਹੋਵੇ ਜਾਂ ਵੱਡਾ ਕੰਮ ਹੋਵੇ, ਦਿਲ ਨਾਲ ਕਰਨਾ ਆ, ਕਿਉਂਕਿ ਦਿਲ ਨਾਲ ਕਰਨ ਦੇ ਵਾਲੇ ਦੇ ਵਾਸਤੇ ਪਰਮੇਸ਼ਰ ਬਰਕਤ ਦੇਵੇਗਾ। ਦੇਖੋ, ਜਿਹੜੇ ਅੰਗ ਨਜ਼ਰ ਆਉਂਦੇ ਨੇ ਨਾ, ਉਹ ਖਾਸ ਅੰਗ ਨਹੀਂ ਹੁੰਦੇ। ਅੱਖਾਂ ਨਜ਼ਰ ਆਉਂਦੀਆਂ ਨੇ, ਸਾਰੀ ਦੁਨੀਆ ਤੁਹਾਡੀ ਅੱਖਾਂ ਦੇਖਦੀ ਹੈ। ਜਿਹੜਾ ਵੀ ਦੇਖਦਾ ਤੁਹਾਡੀ ਅੱਖਾਂ ਵੱਲ ਦੇਖਦਾ, ਅੱਖਾਂ ਕੀ ਕੰਮਾਂ ਵੱਲ ਦੇਖਣਾ। ਲੇਕਿਨ ਜਿਹੜੇ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਖਾਸ ਅੰਗ ਨੇ, ਔਰਗਨਸ ਨੇ, ਹਾਰਟ ਹੋ ਗਿਆ, ਲਿਵਰ ਹੋ ਗਿਆ, ਬ੍ਰੇਨ ਹੋ ਗਿਆ, ਲੰਗਸ ਹੋ ਗਏ, ਕਿਡਨੀਜ਼ ਹੋ ਗਈਆਂ। ਤੁਹਾਡੇ ਜਿਹੜੇ ਖਾਸ ਅੰਗ ਨੇ ਉਹ ਨਜ਼ਰ ਨਹੀਂ ਆਉਂਦੇ, ਉਹ ਛੁਪੇ ਹੋਏ ਨੇ, ਲੇਕਿਨ ਉਹ ਸਰੀਰ ਦੇ ਵਾਸਤੇ ਬਹੁਤ ਜ਼ਿਆਦਾ ਲੋੜੀਂਦਾ ਨੇ। ਬਿਲਕੁਲ ਉਸੇ ਤਰ੍ਹਾਂ ਉਹ ਲੋਕ ਜਿਹੜੇ ਨਜ਼ਰ ਨਹੀਂ ਆਉਂਦੇ ਪਿੱਛੋਂ ਹੀ ਸੇਵਾ ਕਰ ਜਾਂਦੇ ਨੇ। ਸਾਨੂੰ ਨਹੀਂ ਪਤਾ ਲੱਗਦਾ ਵੀ ਕੁਰਸੀਆਂ ਕਿਹਨੇ ਲਾਈਆਂ ਨੇ, ਸਾਨੂੰ ਨਹੀਂ ਪਤਾ ਲੱਗਦਾ ਖਾਣਾ ਕਿਹਨੇ ਪਰੋਸਿਆ, ਸਾਨੂੰ ਨਹੀਂ ਪਤਾ ਲੱਗਦਾ ਬਾਹਰ ਜਾ ਕੇ ਫਲਾਇਰਸ ਕਿਹਨੇ ਵੰਡੇ ਨੇ, ਸਾਨੂੰ ਨਹੀਂ ਪਤਾ ਲੱਗਦਾ ਕਿ ਫੇਸਬੁੱਕ ਤੇ, ਵਟਸਐਪ ਤੇ, ਯੂਟਿਊਬ ਤੇ ਪਬਲਿਸਿਟੀ ਕੌਣ ਕਰ ਰਿਹਾ ਆ, ਸਾਨੂੰ ਨਹੀਂ ਪਤਾ ਲੱਗਦਾ। ਲੇਕਿਨ ਉਹ ਛੁਪੇ ਹੋਏ ਨੇ। ਲੇਕਿਨ ਉਹ ਜਿਹੜੇ ਕੰਮ ਕਰ ਜਾਂਦੇ ਨੇ ਪ੍ਰਭੂ ਦੀ ਸੇਵਾ ਦੇ ਵਿੱਚ, ਉਹਦੀ ਬਰਕਤ ਸਾਰੇ ਐਕਲੀਸੀਆ ਨੂੰ ਮਿਲਦੀ ਆ, ਬੋਡੀ ਆਫ ਕ੍ਰਾਈਸਟ ਨੂੰ ਮਿਲਦੀ ਆ। ਸੋ ਆਹ ਨਾ ਦੇਖਿਆ ਜਾਵੇ ਵੀ ਕੰਮ ਵੱਡਾ ਆ ਜਾਂ ਕੰਮ ਛੋਟਾ ਆ, ਬਸ ਜਿਹੜਾ ਕੰਮ ਵੀ ਕੀਤਾ ਜਾਵੇ ਉਹ ਦਿਲੋਂ ਕੀਤਾ ਜਾਵੇ। ਕਿਉਂਕਿ ਪਰਮੇਸ਼ਰ ਨੇ ਆ ਨਹੀਂ ਦੇਖਣਾ ਵੱਡਾ ਕੀਤਾ ਜਾਂ ਛੋਟਾ ਕੀਤਾ, ਪਰਮੇਸ਼ਰ ਦੇਖਣਾ ਕਿੱਦਾਂ ਕੀਤਾ, ਕਿੱਦਾਂ ਕੀਤਾ, ਕਿੱਦਾਂ ਕੀਤਾ ਤੇ ਕਾਹਤੋਂ ਕੀਤਾ, ਕਾਹਤੋਂ ਕੀਤਾ, ਕਾਹਤੋਂ ਕੀਤਾ। ਪ੍ਰਭੂ ਦੀ ਮਹਿਮਾ ਵਾਸਤੇ ਕੀਤਾ, ਚਰਚ ਦੀ ਐਡੀਫਿਕੇਸ਼ਨ ਵਾਸਤੇ ਕੀਤਾ, ਜਾਂ ਆਪਣੀ ਮਹਿਮਾ ਵਾਸਤੇ ਕਰਤਾ, ਜਾਂ ਆਪਣੀ ਮੈਂ ਵਾਸਤੇ ਕਰਤਾ, ਜਾਂ ਆਪਣੀ ਵਡਿਆਈ ਵਾਸਤੇ ਕਰਤਾ, ਜਾਂ ਆਪਣੀ ਬੱਲੇ ਬੱਲੇ ਵਾਸਤੇ ਕਰਤਾ। ਕਿੱਦਾਂ ਕੀਤਾ? ਪ੍ਰਭੂ ਮੈਂ ਤੇਰੀ ਮਹਿਮਾ ਵਾਸਤੇ ਕਰ ਰਿਹਾ ਹਾਂ, ਤੇਰਾ ਨਾਮ ਉੱਚਾ ਹੋਵੇ, ਮੇਰਾ ਨਾਮ। ਮੈਂ ਚਰਚ ਦੀ ਵਡਿਆਈ ਵਾਸਤੇ ਕਰ ਰਿਹਾ ਹਾਂ, ਚਰਚ ਦੀ ਐਡੀਫਿਕੇਸ਼ਨ ਵਾਸਤੇ ਕਰ ਰਿਹਾ ਹਾਂ, ਚਰਚ ਗਰੋ ਹੋ ਸਕੇ ਮੈਂ ਕਰ ਰਿਹਾ। ਕਿੱਦਾਂ ਕੀਤਾ, ਕਿੱਦਾਂ ਕੀਤਾ, ਕਿੱਦਾਂ ਕੀਤਾ? ਬਹੁਤ ਜ਼ਰੂਰੀ ਹੈ। ਜੋ ਕੁਝ ਵੀ ਕਰੀਏ ਦਿਲੋਂ ਕਰੀਏ, ਛੋਟਾ ਹੋਵੇ ਵੱਡਾ ਹੋਵੇ, ਦਿਲੋਂ ਕਰੀਏ। ਜਦੋਂ ਸਵਰਗ ਦੇ ਵਿੱਚ ਪਹੁੰਚਾਂਗੇ, ਜਿਹੜੇ ਰਿਵਾਰਡਸ ਆਪਾਂ ਨੂੰ ਦਿੱਤੇ ਜਾਣਗੇ, ਤਗਮੇ ਆਪਾਂ ਨੂੰ ਦਿੱਤੇ ਜਾਣਗੇ, ਇਨਾਮ ਆਪਾਂ ਨੂੰ ਦਿੱਤੇ ਜਾਣਗੇ, ਉਹ ਬੇਸਡ ਹੋਣਗੇ ਤੁਹਾਡੇ ਦਿਲ ਤੇ, ਕਿ ਜੋ ਕੁਝ ਵੀ ਤੁਸੀਂ ਕਰਕੇ ਆਏ ਹੋ ਕਿੱਦਾਂ ਕਰਕੇ ਆਏ ਹੋ, ਪੂਰੇ ਦਿਲੋਂ ਕਰਕੇ ਆਏ ਹੋ, ਪ੍ਰਭੂ ਦੇ ਲਈ ਕਰਕੇ ਆਏ ਹੋ, ਜਾਂ ਆਪਣੇ ਨੰਬਰ ਬਣਾਉਣ ਵਾਸਤੇ ਕਰਕੇ ਆ ਗਏ। ਉਹ ਪੁਆਇੰਟਸ ਆਪਾਂ ਲੂਜ਼ ਕਰ ਜਾਵਾਂਗੇ। ਉਹ ਦੁਆ ਕਰੀਏ। ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ, ਹਰ ਉਹ ਭੈਣ ਭਰਾ ਦੀ ਜ਼ਿੰਦਗੀ ਦੇ ਵਾਸਤੇ ਜਿਹੜਾ ਪ੍ਰਭੂ ਦੀ ਵਿੱਚ ਤੁਹਾਡੀ ਸੇਵਕਾਈ ਦੇ ਵਿੱਚ ਅੱਗੇ ਵਧ ਰਿਹਾ ਆ। ਪ੍ਰਭੂ ਜੀ, ਜਿਹੜਾ ਕੰਮ ਵੀ ਤੁਸੀਂ ਉਹਨਾਂ ਦੇ ਦਿਲ ਵਿੱਚ ਦਿੱਤਾ ਆ, ਜਿਹੜਾ ਕੰਮ ਵੀ ਤੁਸੀਂ ਉਹਨਾਂ ਦੇ ਮਨ ਵਿੱਚ ਪਾਇਆ ਆ, ਜਿਹੜਾ ਵੀ ਪਰਮੇਸ਼ਰ ਪਿਤਾ, ਜਿਹੜੀ ਵੀ ਕਾਲਿੰਗ ਪਰਮੇਸ਼ਰ ਪਿਤਾ ਤੁਸੀਂ ਉਹਨਾਂ ਨੂੰ ਦਿੱਤੀ ਆ, ਮੇਰੀ ਪ੍ਰਾਰਥਨਾ ਹੈ ਪਰਮੇਸ਼ਰ ਪਿਤਾ ਕਿ ਹਰ ਇੱਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਬਰਕਤਾਂ, ਇਹ ਸਾਰੇ ਬੈਨੀਫਿਟਸ, ਇਹ ਸਾਰੇ ਪ੍ਰਭੂ ਜੀ ਇਨਾਮ ਜਿਹੜੇ ਆਪਾਂ ਦੇਖੇ ਨੇ ਪਰਮੇਸ਼ਰ ਪਿਤਾ ਤੁਹਾਡੇ ਵਚਨ ਦੇ ਵਿੱਚੋਂ, ਇਹ ਸਾਰੀਆਂ ਗੱਲਾਂ ਮੌਜੂਦ ਹੋ ਸਕਣ, ਇਹ ਸਾਰੇ ਗੁਣ ਉਹਨਾਂ ਦੇ ਵਿੱਚ ਨਜ਼ਰ ਆ ਸਕਣ। ਪ੍ਰਭੂ ਜੀ, ਜੇ ਕਿਸੇ ਵੀ ਗੁਣ ਵਿੱਚ ਸਾਨੂੰ ਕੋਈ ਘਾਟਾ ਆ, ਅਸੀਂ ਘੱਟ ਆ, ਸਾਡੀ
ਸਾਡੀ ਪ੍ਰੇਅਰ ਆ ਪਰਮੇਸ਼ਰ ਪਿਤਾ ਕਿ ਉਸ ਹਰ ਇੱਕ ਗੁਣ ਦੇ ਵਿੱਚ ਅਸੀਂ ਵੱਧ ਸਕੀਏ, ਤਾਂ ਕਿ ਜਿਹੜਾ ਵੀ ਸਾਡੇ ਵੱਲ ਨੂੰ ਤੱਕੇ ਉਹਨੂੰ ਅਸੀਂ ਨਜ਼ਰ ਨਾ ਆਈਏ, ਬਲਕਿ ਉਹਨੂੰ ਪ੍ਰਭੂ ਯਿਸੂ ਮਸੀਹ ਜੀ ਨਜ਼ਰ ਆ ਸਕਣ। ਪਰਮੇਸ਼ਰ ਪਿਤਾ, ਅਸੀਂ ਵਾਅਦਾ ਕਰਦੇ ਹਾਂ ਸਾਰੀ ਮਹਿਮਾ ਤੁਹਾਨੂੰ ਦੇਵਾਂਗੇ, ਸਾਰੀ ਇੱਜ਼ਤ ਤੁਹਾਨੂੰ ਦੇਵਾਂਗੇ, ਸਾਰਾ ਮਾਣ ਤੁਹਾਨੂੰ ਦੇਵਾਂਗੇ। ਸਾਡੀ ਪ੍ਰਾਰਥਨਾ ਆ ਪ੍ਰਭੂ ਜੀ ਸਾਡੀ ਮਦਦ ਕਰੋ, ਤਾਂ ਕਿ ਅਸੀਂ ਖੁਸ਼ਖਬਰੀ ਦਾ ਸੁਨੇਹਾ ਵੰਡ ਸਕੀਏ, ਉਹਨਾਂ ਨੂੰ ਚੇਲੇ ਬਣਾ ਸਕੀਏ ਤੇ ਸਿਖਾ ਸਕੀਏ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਸਾਨੂੰ ਸਿਖਾਈਆਂ ਨੇ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੀਨ, ਆਮੀਨ, ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ। God bless you mightily. Amen.